ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਪ੍ਰੋਗਰਾਮ ਪੰਜਾਬ ਅਬਰੋਡ ਔਰ ਮੈਂ ਜਤਿੰਦਰ ਸਿੰਘ ਖਹਿਰਾ। USA ਦੇ ਵਿੱਚ ਨਵੀਂ ਟ੍ਰਾਂਜੀਸ਼ਨ ਹੋਈ ਹੈ। ਇਹ ਟ੍ਰਾਂਜੀਸ਼ਨ ਕੀ ਲੈ ਕੇ ਆਊਗੀ ਇਮੀਗ੍ਰੇਸ਼ਨ ਦੇ ਲਈ? ਮੇਰੇ ਨਾਲ ਸਟੂਡੀਓ ਦੇ ਵਿੱਚ ਇਮੀਗ੍ਰੇਸ਼ਨ ਐਕਸਪਰਟ ਅਰਵਿੰਦਰਪਾਲ ਸਿੰਘ ਜੀ ਨੇ। ਤੁਹਾਡਾ ਸਵਾਗਤ ਹੈ ਸਰ। ਬਹੁਤ ਸ਼ੁਕਰੀਆ ਖਹਿਰਾ ਸਾਹਿਬ। ਅੱਛਾ, ਕੈਨੇਡਾ ਦੀ ਜਾਂ ਅਮਰੀਕਾ ਦੀ ਗੱਲ ਕੀਤੀ ਜਾਵੇ ਤਾਂ ਇਹ ਬਹੁਤ ਵੱਡੇ ਮੁਲਕ ਨੇ, ਪਰ ਹੁਣ ਅਮਰੀਕਾ ਦੇ ਵਿੱਚ ਜਦੋਂ ਸਰਕਾਰ ਬਦਲਦੀ ਹੈ ਤੇ ਪਾਲਿਸੀਆਂ ਦੇ ਉੱਤੇ ਵੀ ਅਸਰ ਪੈਂਦਾ ਹੈ। ਕੀ ਆਸ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ? ਓਬਵੀਅਸਲੀ ਇਹ ਪੂਰੀ ਦੁਨੀਆ ਨੂੰ ਪਤਾ ਕਿ ਜਿੱਦਾਂ ਉੱਥੇ ਤਾਂ ਇੱਦਾਂ ਲੱਗਣ ਲੱਗ ਗਿਆ ਕਿ ਇੱਕ ਯੁੱਗ ਦਾ ਅੰਤ ਹੋਇਆ, ਬਿਕੋਜ਼ ਪੂਰੇ ਮੁਲਕ ਦੇ ਵਿੱਚ ਪੂਰੇ ਅਲੱਗ-ਅਲੱਗ ਮੁਲਕਾਂ ਦੇ ਵਿੱਚ ਇਲੈਕਸ਼ਨਸ ਆਉਂਦੀਆਂ ਨੇ ਜਾਂਦੀਆਂ ਨੇ, ਬਟ ਓਬਵੀਅਸਲੀ ਜਿਹੜੇ ਨਾਰਮਲ ਤਰੀਕੇ ਦੀਆਂ ਸਰਕਾਰਾਂ ਰਹਿੰਦੀਆਂ ਨੇ ਔਰ ਕੰਮਕਾਰ ਤਕਰੀਬਨ ਉੱਦਾਂ ਦੇ ਰਹਿੰਦੇ ਨੇ। ਔਰ ਇਸ ਟਾਈਮ ਇਹ ਲੱਗਦਾ ਸੀ ਕਿ ਜਿੱਦਾਂ ਯੁੱਗ ਪਲਟ ਕੇ ਨਹੀਂ ਨਵਾਂ ਯੁੱਗ ਆ ਗਿਆ, ਇੱਦਾਂ ਦੀ ਫੀਲਿੰਗ ਆਉਣ ਲੱਗ ਪਈ। ਔਰ ਯੈਸ, ਬਾਈਡਨ ਗੌਰਮੈਂਟ ਲਈ ਮਤਲਬ ਜਿੱਦਾਂ ਆਉਂਦਿਆਂ ਹੀ ਬਹੁਤ ਕੁਛ ਕਰਨ ਨੂੰ ਆ, ਬਹੁਤ ਕੁਛ ਔਰ ਇਹਨਾਂ ਨੇ ਕਰਨ ਵੀ ਰਹੇ ਨੇ। ਦੇਖੋ, ਸਭ ਤੋਂ ਪਹਿਲਾਂ ਤਾਂ ਇਹੀ ਬੜੀ ਭਰਮ ਦੀ ਸਥਿਤੀ ਸੀ ਕਿ 20 ਜਨਵਰੀ ਵਾਲੀ ਜਿਹੜੀ ਇਹ ਸਹੁੰ ਉਹ ਵਾਕਿਆ ਚੱਕੀ ਵੀ ਜਾਊਗੀ ਕਿ ਉਹਦੇ ਵਿੱਚ ਵੀ ਕੋਈ ਨਾ ਕੋਈ ਅੜਚਣ ਆ ਜਾਊ। ਮੈਨੂੰ ਲੱਗਦਾ ਸਹੁੰ ਤੋਂ ਨਾਲੋਂ ਇਹ ਜ਼ਿਆਦਾ ਗਲਤ ਸੀ ਕਿ ਟਰੰਪ ਸਾਹਿਬ ਨੂੰ ਕਿੱਦਾਂ ਕੱਢਣਾ ਹੈ ਵਾਈਟ ਸਾਈਡ ਲਿਆਉਣ ਤੋਂ ਜ਼ਿਆਦਾ ਕੱਢਣ ਦੀ ਬਿਲਕੁਲ ਜ਼ੋਰ ਉਸ ਦੀ ਗੱਲ 'ਤੇ ਲੱਗਾ ਰਿਹਾ। ਪਰ ਫਿਰ ਵੀ ਇੱਕ ਮੈਂ ਦਰਸ਼ਕਾਂ ਨਾਲ ਥੋੜ੍ਹਾ ਜਿਹਾ ਸੰਖੇਪ ਵਿੱਚ ਕੁਛ ਚੀਜ਼ਾਂ ਸਾਂਝੀਆਂ ਕਰਨਾ ਚਾਹੂੰਗਾ ਕਿ ਕੀ ਬਦਲਾਅ ਹੋਇਆ। ਉਸ ਤੋਂ ਪਹਿਲਾਂ ਸਾਨੂੰ ਅਮਰੀਕਾ ਦੇ ਬੇਸਿਕਲੀ ਜਿਹੜਾ ਕਲਚਰਲ DNA ਜਾਂ ਅਮਰੀਕਾ ਜਿਸ ਤਰੀਕੇ ਨਾਲ ਫਾਰਮ ਹੋਇਆ, ਸਾਨੂੰ ਥੋੜ੍ਹਾ ਬਹੁਤ ਉਹਦੇ ਉੱਪਰ ਧਿਆਨ ਰੱਖਣਾ ਪਊਗਾ। ਤੁਸੀਂ ਵੇਖੋ, ਸਹੁੰ ਚੁੱਕ ਸਮਾਰੋਹ ਦੇ ਵਿੱਚ ਵੀ ਕੋਈ ਮੰਤਰੀ ਸੀ, ਮੈਨੂੰ ਨਾਮ ਨਹੀਂ ਹਾਲੇ ਪਤਾ ਬਿਕੋਜ਼ ਨਵੇਂ ਨੇ ਸਾਰੇ, ਔਰ ਇੱਕ ਲੇਡੀ ਸੀ ਐਂਡ ਸ਼ੀ ਸੈਡ ਕਿ ਸਭ ਤੋਂ ਪਹਿਲਾਂ ਮੈਂ ਉਸ ਲੇਡੀ ਦਾ ਥੈਂਕ ਯੂ ਕਰਨਾ ਚਾਹਾਂਗੀ ਜਿਹੜੀ ਮੈਨੂੰ ਕਾਫੀ ਸਮਾਂ ਪਹਿਲਾਂ ਇੱਥੇ ਲੈ ਕੇ ਆਈ ਸੀ। ਸੋ ਅਮਰੀਕਾ ਨੂੰ ਤੁਸੀਂ ਅਗਰ ਸਮਝਣਾ, ਸਭ ਤੋਂ ਪਹਿਲੀ ਗੱਲ ਤਾਂ ਅਮਰੀਕਾ ਉਹ ਮੁਲਕ ਆ ਜੋ ਕਿਸੇ ਦੇ ਪਿਓ ਦਾ ਨਹੀਂ ਆ ਜੀ। ਇਹ ਪੂਰੀ ਦੁਨੀਆ ਦਾ ਸਾਂਝਾ ਮੁਲਕ ਹੈ। ਤੁਸੀਂ ਕਿਤੇ ਨਾ ਕਿਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੀ ਤਾਂ ਨਹੀਂ ਗੱਲ ਕਰ ਰਹੇ ਹੋ? ਕਹਿੰਦੇ ਸੀ ਕਿ 19 ਸਾਲ ਪਹਿਲਾਂ ਮੇਰੀ ਮੇਬੀ ਉਹ ਵੀ, ਬਟ ਮੈਂ ਕੱਲ ਕਿਸੇ ਹੋਰ ਲੇਡੀ ਦਾ ਸੀਗਾ। ਬਿਕੋਜ਼ ਇਹ ਇੱਕ ਕਾਮਨ ਚੀਜ਼ ਆ, ਇਹ ਇੱਕ ਲਈ ਨਹੀਂ ਆ, ਇਹ ਬਹੁਤ ਸਾਰਿਆਂ ਲਈ ਆ। ਬਿਕੋਜ਼ ਸਾਰੇ ਲੋਕ ਮਾਈਗ੍ਰੈਂਟ ਹੋਏ ਪਏ ਨੇ US ਨੂੰ। US ਬਣਿਆ ਇਸ ਤਰੀਕੇ ਨਾਲ ਆ ਕਿ 100% ਮਾਈਗ੍ਰੈਂਟਸ ਨੇ। ਜਿਵੇਂ ਸਾਡੇ ਕੋਈ ਅੱਜ ਆਇਆ, ਕੋਈ ਕੱਲ ਆਇਆ, ਕੋਈ ਉਸ ਤੋਂ ਪਹਿਲਾਂ ਆਇਆ, ਫਰਕ ਸਿਰਫ ਇੰਨਾ ਕੀ ਆ। ਸੋ 100% ਲੋਕ ਮਾਈਗ੍ਰੈਂਟਸ ਨੇ। ਸੋ ਇਸੇ ਕਰਕੇ ਜਿੰਨੀਆਂ ਵੀ ਪਾਲਿਸੀਜ਼ ਆ ਉਹਨਾਂ ਨੂੰ ਮਾਈਗ੍ਰੈਂਟਸ ਤੋਂ ਜਾਂ ਇਮੀਗ੍ਰੈਂਟਸ ਤੋਂ ਬਿਲਕੁਲ ਉਸ ਨਜ਼ਰੀਏ ਨਾਲ ਨਹੀਂ ਵੇਖਿਆ ਜਾਂਦਾ ਕਿ ਲੋਕਲਸ ਨੇ ਜਾਂ ਬਾਹਰਲੇ ਨੇ। ਜਿੱਦਾਂ ਅਸੀਂ ਇੱਥੇ ਇੰਡੀਆ ਪਾਕਿਸਤਾਨ ਗੱਲਾਂ ਕਰਨ ਲੱਗ ਪੈਂਦੇ ਹਾਂ ਨਾ, ਸੋ ਅਮਰੀਕਾ ਦੇ ਵਿੱਚ ਇਹ ਚੀਜ਼ ਤੇ ਪੋਸੀਬਲ ਹੈ ਨਹੀਂ ਹੈ ਬਿਕੋਜ਼ ਉਹ ਜਿਹੜੀ ਸਟਰਕਚਰ ਆ ਉਹਦੀ ਇਸ ਤਰੀਕੇ ਦੀ ਹੈ। ਜਾਂ ਅਸੀਂ ਕਹ ਲਿਓ ਕੋਲੰਬਸ ਤੋਂ ਬਾਅਦ ਸਾਰੇ ਜਣੇ ਆਏ ਨੇ। ਯੈਸ, ਸਾਰੇ ਲੋਕ ਹੀ ਬਾਹਰੋਂ ਆਏ ਨੇ ਬਿਕੋਜ਼ ਉਹਦਾ ਤਾਂ ਹੀ ਤਾਂ ਕਹਿ ਰਿਹਾ, ਤਾਂ ਹੀ ਮੈਂ ਅੱਖਰ ਬੋਲ ਰਿਹਾ ਵੀ ਕਿਸੇ ਦੇ ਪਿਓ ਦਾ ਨਹੀਂ ਹੈ ਜੀ। ਬਿਕੋਜ਼ ਇਹ ਬਹੁਤ ਪਿਛਲੇ ਸਮੇਂ ਦੇ ਵਿੱਚ ਕਈ ਚੀਜ਼ਾਂ ਰਹੀਆਂ, ਕਈ ਬਲੈਕ ਲਾਈਵ ਮੈਟਰ, ਕਦੀ ਬਿਕੋਜ਼ ਆ ਲੋਕਲ ਹਿੰਸਾ ਜਾਂ ਕਈ ਐਸੀਆਂ ਚੀਜ਼ਾਂ ਰਹੀਆਂ ਕਿ ਜਿਹੜੀਆਂ ਅਸੀਂ ਐਕਸਟ੍ਰੀਮ ਦੇ ਉੱਪਰ ਵੇਖਿਆ। ਸੋ US ਨੇ ਇੱਕ ਬਹੁਤ ਚੰਗੇ ਨੇਸ਼ਨ ਵਜੋਂ ਬਹੁਤ ਜਿਹੜੀਆਂ ਲਾਈਕ ਜਿਹਨੂੰ ਲੀਡ ਕੀਤਾ ਪੂਰੀ ਦੁਨੀਆ ਨੂੰ, ਚਾਹੇ ਉਹ ਐਨਵਾਇਰਨਮੈਂਟ ਚੇਂਜਸ ਦੇ ਉੱਪਰ ਸੀਗਾ, ਚਾਹੇ ਉਹ ਜਿੱਦਾਂ ਪੈਰਿਸ ਸਮਝੌਤਾ ਸੀਗਾ, ਜਾਂ ਜਿਹੜਾ ਉਸ ਤੋਂ ਬਾਅਦ ਇਹਨਾਂ ਨੇ WHO ਨੂੰ ਸਭ ਤੋਂ ਪਹਿਲਾਂ ਬਾਈਡਨ ਸਾਹਿਬ ਨੇ ਆਉਂਦੇ ਹੀ ਸਭ ਚੀਜ਼ਾਂ ਜਿਨ੍ਹਾਂ ਤੋਂ ਵਿਛੋੜਾ ਕੀਤਾ ਸੀਗਾ, ਸਭ ਤੋਂ ਉਹਦੀ US ਦੀ ਵਾਪਸੀ ਕੀਤੀ ਆ। ਪਹਿਲਾਂ ਤਾਂ ਇੱਕ ਪੈਰਿਸ ਐਗਰੀਮੈਂਟ ਜਿਹੜਾ ਕਿ ਬਹੁਤ ਇੰਪੋਰਟੈਂਟ ਹੋ ਗਿਆ, WHO ਦੇ ਵਿੱਚ ਵਾਪਸ ਆਉਣਾ। ਸੋ ਇਹ ਬਹੁਤ ਵੱਡੀਆਂ ਚੀਜ਼ਾਂ ਨੇ। ਔਰ ਸਭ ਤੋਂ ਜੇ ਅਗਰ ਅਸੀਂ ਸਾਡੀ ਇੰਡਸਟਰੀ ਦੇ ਵਿੱਚ ਗੱਲ ਕਰੀਏ, ਟਰੈਵਲ ਇਮੀਗ੍ਰੇਸ਼ਨ ਜਾਂ ਮਾਈਗ੍ਰੇਸ਼ਨ ਦੇ ਵਿੱਚ ਗੱਲ ਕਰੀਏ, ਤੇ ਇਹਦੇ ਵਿੱਚ ਵੀ ਬਹੁਤ ਸਖਤ ਕਾਨੂੰਨ ਸੀਗਾ ਇੱਕ ਕਿ ਤੁਸੀਂ ਰੇਸਿਸਟ ਹੋ ਕੇ 6 ਕੰਟਰੀਜ਼ ਨੂੰ ਮੁਸਲਿਮ ਟਰੈਵਲ ਬੈਨ ਕੀਤਾ ਸੀ ਜੀ। ਉਹ ਬਹੁਤ ਵੱਡੀ ਚੀਜ਼ ਸੀਗੀ ਬਿਕੋਜ਼ ਅਦਰਵਾਈਜ਼ ਕੋਈ ਵੀ ਡੈਮੋਕ੍ਰੇਟਿਕ ਜਿਹੜੀ ਗਵਰਨਮੈਂਟ ਆ ਉਹ ਰੇਸਿਸਟ ਹੋਣ ਵਾਲੀ ਭੂਮਿਕਾ ਜਾਂ ਉਹ ਲੇਬਲ ਨਹੀਂ ਕਦੀ ਵੀ ਲਵਾਉਣਾ ਚਾਹੁੰਦੀ ਜੀ ਕਿ ਅਸੀਂ ਰੇਸਿਸਟ ਆ। ਸੋ ਇਹ ਜਦੋਂ ਤੁਸੀਂ ਇੱਕ ਰੇਸ ਦੇ ਉੱਪਰ ਤੁਸੀਂ ਇੱਕ ਪਰਟੀਕੂਲਰ ਰੀਜਨ ਨੂੰ ਜਾਂ ਕੰਟਰੀਜ਼ ਨੂੰ ਬਲੌਕ ਕੀਤਾ, ਉਹ ਸਿਰਫ ਨਵੇਂ ਲੋਕਾਂ ਲਈ ਨਹੀਂ ਸੀ ਕਿ ਨਵੇਂ ਵੀਜ਼ੇ ਨਹੀਂ ਮਿਲਣੇ ਜਾਂ ਨਵਾਂ ਕੁਛ ਨਹੀਂ ਹੋਣਾ। ਠੀਕ ਹੈ, ਜਿਹੜਾ ਨਹੀਂ ਨਵਾਂ ਮਿਲਦਾ ਤਾਂ ਤੁਸੀਂ ਵੀ ਕੋਈ ਚੀਜ਼ ਨਵੀਂ ਨਹੀਂ ਮਿਲਦੀ ਤਾਂ ਤੁਹਾਨੂੰ ਉਸ ਚੀਜ਼ ਦਾ ਬੜਾ ਅਫਸੋਸ ਨਹੀਂ ਹੁੰਦਾ, ਚੱਲ ਨਹੀਂ ਹੋ ਤਾਂ ਅਸੀਂ ਦੂਜੇ ਨੂੰ ਤੁਰ ਪੈਂਦੇ ਹਾਂ। ਪਰ ਉਹਨਾਂ ਮੁਲਕਾਂ ਦੇ ਵਿੱਚੋਂ ਬਹੁਤ ਸਾਰੇ ਐਸੇ ਪਰਿਵਾਰ ਸੀਗੇ ਜਿਹੜੇ ਕਈ ਸਮੇਂ ਤੋਂ ਉੱਥੇ ਰਹਿ ਰਹੇ ਸੀ। ਸੋ ਕਈਆਂ ਦੇ ਫੈਮਿਲੀ ਕੇਸ, ਕਈਆਂ ਦੇ ਇਮੀਗ੍ਰੇਸ਼ਨ ਦੇ ਕੇਸ, ਗ੍ਰੀਨ ਕਾਰਡ ਦੇ ਕੇਸ, ਲਾਈਕ ਬੱਚਿਆਂ ਦੇ ਕੇਸ। ਸੋ ਜਿਹੜੀਆਂ ਫੈਮਿਲੀ ਰੀਯੂਨੀਅਨ ਸੀਗੀਆਂ ਇਹ ਵੀ ਪਿਛਲੇ ਸਮੇਂ ਤੋਂ ਬਿਲਕੁਲ ਬ੍ਰੇਕ ਲੱਗੀ ਹੋਈ ਸੀਗੀ ਜੀ। ਸੋ ਯੈਸ, ਬਹੁਤ ਵੈਲਕਮ ਕਰਦਾ ਇਸ ਮੂਵ ਦਾ ਕਿ ਬਾਈਡਨ ਸਾਹਿਬ ਨੇ ਆਉਂਦਿਆਂ ਸਭ ਤੋਂ ਪਹਿਲੀ ਰੋਕ ਜਿਹੜੀ ਆ ਇਹਨਾਂ ਚੀਜ਼ਾਂ ਦੇ ਉੱਪਰ ਹੀ ਹਟਾਈ ਆ। ਸੋ ਇੱਕ ਅਗੇਨ ਹੋਰ ਮਸਲਾ ਸੀਗਾ, ਸਾਨੂੰ ਲੱਗਦਾ ਸੀ ਕਿ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਉਲਝ ਨਾ ਜਾਵੇ ਬਿਕੋਜ਼ US ਨੇ ਹਮੇਸ਼ਾ ਬਿਲੀਵ ਕੀਤਾ ਕਿ ਉਹਨਾਂ ਦੀ 55ਵੀਂ ਸਟੇਟ ਕੈਨੇਡਾ ਵੀ ਹੈ। ਸੋ ਉਹਨੂੰ ਹਮੇਸ਼ਾ ਉਸੇ ਤਰੀਕੇ ਨਾਲ ਟਰੀਟਮੈਂਟ ਸੀ। ਬਟ ਪਿਛਲੇ ਕੁਝ ਸਮੇਂ ਤੋਂ ਤੁਸੀਂ ਵੇਖਿਆ ਕਿ ਉਹ ਦੋਨਾਂ ਰਾਸ਼ਟਰਪਤੀ ਇੱਧਰ ਲਾਈਕ ਟਰੰਪ ਸਾਹਿਬ ਵੱਲੋਂ ਤੇ ਟਰੂਡੋ ਸਾਹਿਬ ਵੱਲੋਂ ਸੇਮ ਉੱਦਾਂ ਦੇ ਮਾਨ ਸਨਮਾਨ ਦੀ ਜਿਹੜੀ ਸਾਨੂੰ ਕਿਤੇ ਨਾ ਕਿਤੇ ਉਹ ਕਮੀ ਖਲੀ ਸੀਗੀ, ਕਿਤੇ ਨਾ ਕਿਤੇ ਵੀ ਉਹ 'ਚ ਕੋਈ ਨਾ ਕੋਈ ਗੜਬੜ ਹੋਈ ਆ।
ਸੋ ਉਹਨੂੰ ਵੀ ਮੁੜ ਬਹਾਲੀ ਦਾ ਸਭ ਤੋਂ ਪਹਿਲਾ ਸੰਕੇਤ ਇਹੀ ਹੈ ਕਿ ਉਹਨਾਂ ਨੇ ਕਿਹਾ ਕਿ ਮੈਂ ਆਫਿਸ ਜੁਆਇਨ ਕਰਦਿਆਂ ਸਭ ਤੋਂ ਪਹਿਲਾਂ ਟਰੂਡੋ ਨੂੰ ਕਾਲ ਕਰੂੰਗਾ। ਸੋ ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਚੀਜ਼ਾਂ ਕਿਤੇ ਸਾਨੂੰ ਲੱਗਦਾ ਸੀਗਾ ਕਿ ਜਿਹੜੀਆਂ ਚੀਜ਼ਾਂ 'ਚ ਕਿਤੇ ਪ੍ਰੋਬਲਮ ਆਈ ਹੈ, ਜਿਹੜੀਆਂ ਚੀਜ਼ਾਂ ਨੂੰ ਮੈਂਡ ਹੋਣ ਵਾਲੀਆਂ ਸੀ, ਤਾਂ ਉਹ ਸਭ ਦੇ ਧਿਆਨ ਦੇ ਵਿੱਚ ਆ। ਔਰ ਬਾਈਡਨ ਸਾਹਿਬ ਨੇ ਆਉਂਦਿਆਂ ਸਭ ਤੋਂ ਪਹਿਲਾਂ ਗੱਲ ਕੀਤੀ ਕਿ ਉਹਦੀ ਰਿਪੇਅਰ ਦੀ ਗੱਲ ਕੀਤੀ ਹੈ ਕਿ ਅਸੀਂ ਜਿੱਥੋਂ ਉਖੜੇ ਆ ਜਾਂ ਜਿੱਥੇ ਕੋਈ ਗੜਬੜ ਹੋਈ ਹੈ, ਅਸੀਂ ਸਭ ਤੋਂ ਪਹਿਲਾਂ ਉਹਨਾਂ ਚੀਜ਼ਾਂ ਨੂੰ ਮੁੜ ਸੋਧ 'ਤੇ ਉੱਪਰ ਆਈਏ। ਸੋ ਯੈਸ, US ਇਜ਼ ਬੈਕ ਔਨ ਟਰੈਕ। ਸੋ US ਦੇ ਵਿੱਚ ਜਿੰਨੀਆਂ ਕੁ ਅਸੀਂ ਚੀਜ਼ਾਂ ਸੋਚਦੇ ਸੀ ਕਿ ਜਿਹੜੀਆਂ ਪੋਲੀਟੀਕਲ ਮੋਟਿਵ ਦੇ ਨਾਲ ਜਿਹੜੀਆਂ ਚੀਜ਼ਾਂ ਨੂੰ ਇਨਫਲੂਐਂਸ ਕੀਤਾ ਗਿਆ ਸੀ, ਉਹ ਹੁਣ ਸੋਸ਼ਲ ਇਨਫਲੂਐਂਸ ਦੇ ਨਾਲ ਨਾਰਮਲਾਈਜ਼ ਹੋਣਗੀਆਂ। ਔਰ ਇਹਦੀ ਦੂਸਰੀ ਮਿਸਾਲ ਮੈਕਸੀਕੋ ਦੀ ਕੰਧ ਵੀ ਹੈ ਜੀ, ਵੀ ਉਹਦੇ ਉੱਪਰ ਵੀ ਕੰਮ ਰੋਕ ਦਿੱਤਾ ਗਿਆ ਹੈ ਕਿ ਬਿਕੋਜ਼ ਮੈਕਸੀਕੋ ਨੂੰ ਵੀ ਉਸੇ ਤਰੀਕੇ ਨਾਲ ਹੀ ਯੂਜ਼ ਕੀਤਾ ਜਾਂਦਾ ਹਮੇਸ਼ਾ ਪੋਲੀਟਿਕਸ ਵਿੱਚ ਜਿੱਦਾਂ ਅਸੀਂ ਪਾਕਿਸਤਾਨ ਨੂੰ ਯੂਜ਼ ਕਰਦੇ ਹਾਂ। ਸੋ ਆਉਣ ਵਾਲਾ ਸਮਾਂ ਉਮੀਦ ਆ ਬਹੁਤ ਬਿਹਤਰ ਹੋਏਗਾ। ਔਰ ਇਹਦੇ ਨਾਲ ਹੀ ਇੱਕ ਜਿਹੜੀ ਸਭ ਤੋਂ ਵੱਡੀ ਖਬਰ ਆ ਜਿਹਦੇ ਨਾਲ ਇੰਡੀਅਨਸ ਨੂੰ ਬਹੁਤ ਫਾਇਦਾ ਹੋਣ ਵਾਲਾ ਹੈ, ਇੰਡੀਅਨ ਨੂੰ ਕੀ ਖੈਰ ਪੂਰੀ ਵਰਲਡ ਕਮਿਊਨਿਟੀ ਨੂੰ ਬਹੁਤ ਫਾਇਦਾ ਹੋਣ ਵਾਲਾ ਹੈ। 5 ਲੱਖ ਦੇ ਕਰੀਬ ਇੰਡੀਅਨਸ ਨੇ ਜਿਨ੍ਹਾਂ ਨੂੰ ਉਹਦਾ ਇਮੀਡੀਏਟ ਇਫੈਕਟ ਮਿਲੇਗਾ ਕਿ ਜਿਹੜੇ ਸਾਡੇ ਗ੍ਰੀਨ ਕਾਰਡ ਸੀਗੇ, ਗ੍ਰੀਨ ਕਾਰਡ ਸਕੀਮ ਜਿਹੜੀ ਰੁਕੀ ਹੋਈ ਸੀ, ਉਹਨੂੰ ਦੁਬਾਰਾ ਉਹਨਾਂ ਨੇ ਅਗੇਨ ਕੁਇਕਲੀ ਉਹਨੂੰ ਪ੍ਰੋਸੈਸ ਕਰਨਾ ਸ਼ੁਰੂ ਕਰਤਾ। ਬਿਕੋਜ਼ ਪੂਰੀ ਦੁਨੀਆ ਤੋਂ ਲਗਭਗ 1 ਕਰੋੜ ਤੋਂ ਵੱਧ ਮਸਲੇ ਨੇ। ਔਰ ਅਗਰ ਉੱਥੇ ਇੰਡੀਆ ਦੀ ਗੱਲ ਕਰੀਏ ਤਾਂ ਸਾਡੇ ਵੀ 5 ਲੱਖ ਤੋਂ ਵੱਧ ਲੋਕ ਨੇ ਜਿਨ੍ਹਾਂ ਦੇ ਗ੍ਰੀਨ ਕਾਰਡ ਦੀਆਂ ਐਪਲੀਕੇਸ਼ਨਸ ਫਸੀਆਂ ਸੀ ਜਾਂ ਮੂਵ ਨਹੀਂ ਹੋਈਆਂ ਜਾਂ ਫਰਦਰ ਅੱਗੇ ਪ੍ਰੋਸੈਸ ਨਹੀਂ ਹੋ ਰਹੀਆਂ ਸੀ। ਔਰ ਸਭ ਤੋਂ ਪਹਿਲਾਂ ਬਹੁਤ ਸੋਹਣਾ ਸੰਕੇਤ ਦਿੱਤਾ ਗਿਆ ਕਿ ਅਗਰ ਜਿਹੜੇ ਵੀ ਲੋਕ ਬਾਹਰੋਂ ਆ ਕੇ ਵਸੇ ਜਾਂ ਇੱਥੇ ਵਸਣਾ ਚਾਹੁੰਦੇ ਆ ਜਾਂ ਜਿਨ੍ਹਾਂ ਦੀਆਂ ਐਪਲੀਕੇਸ਼ਨਸ ਗ੍ਰੀਨ ਕਾਰਡ ਨੂੰ ਪਈਆਂ ਨੇ, ਤੇ ਉਹਨਾਂ ਨੂੰ ਵੀ ਪੋਜ਼ਿਟਿਵ ਅਪਰੋਚ ਦੇ ਨਾਲ ਵੇਖਿਆ ਜਾਵੇ। ਔਰ ਯੈਸ, ਹਾਲੇ ਤੱਕ ਅਗਰ ਇਹਦੇ 'ਚ ਅਸੀਂ ਫਰਦਰ ਐਡ ਔਨ ਕਰਨਾ ਚਾਹੀਏ ਤੇ H1 ਦੇ ਉੱਪਰ ਟਰੰਪ ਸਾਹਿਬ ਜਾਂਦਿਆਂ ਦੇ ਫਿਰ ਪੰਗਾ ਪਾ ਗਏ ਆ ਵੀ ਉਹ ਬਿਕੋਜ਼ ਕਿਸੇ ਨੇ ਨਹੀਂ ਸੋਚਿਆ ਸੀਗਾ ਕਿ ਜੇਕਰ 20 ਜਨਵਰੀ ਨੂੰ ਤੁਹਾਡਾ ਸਨਮਾਨ ਸਮਾਰੋਹ ਆ ਜਿਹੜਾ ਸਹੁੰ ਚੁੱਕਣ ਦਾ, ਤੇ ਔਰ ਟਰੰਪ ਸਾਹਿਬ ਨੇ ਲੱਗਦਾ ਸੀ ਕਿ ਸ਼ਾਇਦ ਹੁਣ ਜਿਹੜੀ 31 ਦਸੰਬਰ ਤੱਕ H1 ਦੇ ਉੱਪਰ ਰੋਕ ਸੀ ਤੇ ਕਿਸੇ ਨੂੰ ਨਹੀਂ ਉਮੀਦ ਸੀ ਕਿ ਇਹ ਵੀ ਵਧਾਈ ਜਾਊਗੀ। ਪਰ ਫਿਰ ਉਹ ਟਰੰਪ ਸਾਹਿਬ ਹੀ ਨੇ ਤੇ ਉਹਨਾਂ ਜਾਂਦੇ ਉਹ ਜਿੰਨੇ ਕੁ ਹਥਿਆਰ ਵਰਤ ਸਕਦੇ ਸੀ ਉਹ ਪੂਰੇ ਦੇ ਪੂਰੇ ਵਰਤੇ ਆ। ਜਿੱਥੇ ਅਸੀਂ ਸੋਚਦੇ ਹਾਂ ਕਿ ਕੋਈ ਚੀਜ਼ਾਂ ਹੀ ਸੋਸ਼ਲ ਰਿਸਪੌਂਸ ਨੂੰ ਵੇਖਦੇ ਹੋਏ ਸ਼ਾਇਦ ਨਾ ਕਰੀਏ, ਤੇ ਇੱਕ ਚੀਜ਼ਾਂ ਹੈਗਾ ਕਿ ਮੇਰੇ ਕੋਲ ਅਖੀਰ ਲੜਨ ਤੱਕ ਹਥਿਆਰ ਕਿਹੜਾ ਆ। ਸੋ ਇਸ ਸੋਚ ਦੇ ਵਿੱਚ ਕਿਤੇ ਨਾ ਕਿਤੇ US ਫਸਿਆ ਸੀਗਾ। ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਬਿਹਤਰ ਜਿਹੜੇ ਆ ਰਿਜ਼ਲਟਸ ਸਭ ਨੂੰ ਵੇਖਣ ਨੂੰ ਮਿਲਣਗੇ। ਅੱਛਾ, ਜਦੋਂ ਅਸੀਂ H1B1 ਵੀਜ਼ਾ ਦੀ ਗੱਲ ਕਰਦੇ ਹਾਂ ਤਾਂ ਬਾਈਡਨ ਸਾਹਿਬ ਕਦੋਂ ਤੋਂ ਜਿਹੜਾ ਹੈ ਇਹਦੇ ਉੱਤੇ ਕੰਮ ਵੀ ਕਰ ਸਕਦੇ, ਕਿਉਂਕਿ ਸਾਨੂੰ ਪਤਾ ਹੈ ਕਿ ਕੁਝ ਕਾਰਨਾਂ ਕਰਕੇ ਜਿਹੜਾ ਸੀ ਟਰੰਪ ਸਾਹਿਬ ਨੇ ਨਾ ਤਾਂ ਉਹਨਾਂ ਨੂੰ ਵਧਣ ਦਿੱਤਾ ਅੱਗੇ, ਨਾ ਉਹ ਪਿੱਛੇ ਮੁੜਨ ਜੋਗੇ ਨੇ ਕਿਉਂਕਿ ਕਰੋਨਾ ਗਾਈਡਲਾਈਨ ਚੱਲ ਰਹੀਆਂ ਨੇ। ਤੇ ਤੁਹਾਨੂੰ ਲੱਗਦਾ ਕਿ ਬਹਾਲੀ ਹੋ ਸਕਦੀ ਹੈ ਦੁਬਾਰਾ ਤੋਂ? ਨਹੀਂ, ਹੁਣ ਜਿਹੜਾ ਦੇਖੋ 30 ਅਪ੍ਰੈਲ ਤੱਕ 2021 ਤੱਕ ਰੋਕ ਆ H1 ਦੇ ਉੱਪਰ, ਔਰ H1 ਦੇ ਉੱਪਰ ਰੋਕ ਰਹਿ ਨਹੀਂ ਸਕਦੀ। ਤੁਸੀਂ ਦੇਖੋ ਜਿਹੜੇ ਗ੍ਰੀਨ ਕਾਰਡ ਵੀ ਜਿਹੜੇ ਅਗਰ ਤੁਸੀਂ ਇਸ਼ੂ ਕਰੋਗੇ ਉਹਦਾ ਬਹੁਤ ਇਕੋਨਮੀ ਨੂੰ ਡਾਇਰੈਕਟ ਬੈਨੀਫਿਟ ਹੁੰਦਾ ਬਿਕੋਜ਼ ਲੋਕਾਂ ਦੇ ਟੈਕਸੇਸ਼ਨ ਵਧੇਗੀ, ਕੰਮ ਕਰਨ ਦੇ ਜਿਹੜੇ ਹੀਲੇ ਵਸੀਲੇ ਵਧਣਗੇ ਔਰ ਉਸ ਤੋਂ ਜਿੰਨੀ ਵੀ ਕਲੈਕਸ਼ਨ ਉਹ ਤੁਹਾਡੀ ਇਕੋਨਮੀ ਨੂੰ ਕੰਟਰੀਬਿਊਟ ਕਰਦੀ ਹੈ। ਸੇਮ ਵੇ ਅਗਰ H1 ਦੇ ਉੱਪਰ ਰੋਕ ਲਾਉਂਦੀ ਆ, ਇਹਦੇ ਡਬਲ ਇੰਪੈਕਟ ਹੁੰਦਾ ਹੈ ਬਿਕੋਜ਼ H1 ਦੇ ਨਾਲ ਕੰਪਨੀਜ਼ ਗਰੋ ਕਰਦੀਆਂ ਨੇ, ਕੰਪਨੀਜ਼ ਮੁਨਾਫੇ 'ਚ ਨੇ ਤੇ ਉਹ ਇਕੋਨਮੀ ਨੂੰ ਸਿੱਧੇ ਤੌਰ ਤੇ ਬਿਕੋਜ਼ ਉਹਨਾਂ ਦੀ ਟੈਕਸੇਸ਼ਨ ਡਾਇਰੈਕਟ ਆ। ਤੁਸੀਂ ਵੇਖੋ ਅਮਰੀਕਾ ਦੀ ਧਰਤੀ ਇਦਾਂ ਦੀ ਆ ਕਿ 100% ਜਿਹੜਾ ਇੰਟੈਲੈਕਟ ਆ ਉਹ ਬਾਹਰੋਂ ਇੰਪੋਰਟ ਹੋ ਰਿਹਾ ਜੀ। ਸੋ ਜਿੰਨੇ ਵੀ ਉੱਥੇ ਕੰਮ ਕਰਨ ਵਾਲੇ ਲੋਕ ਨੇ ਉਹ ਸਾਰੇ H1 ਦੇ ਉੱਪਰ ਜਾਂਦੇ ਨੇ। ਅਸੀਂ ਅਮਰੀਕਾ ਨੂੰ ਕਿਸੇ ਜ਼ਮਾਨੇ 'ਚ ਕਹਿੰਦੇ ਸੀਗੇ ਕਿ ਬ੍ਰੇਨ ਡਰੇਨ ਕਰਦਾ ਪੂਰੀ ਦੁਨੀਆ ਦਾ। ਤੁਹਾਡਾ ਬ੍ਰੇਨ ਡਰੇਨ ਕਰਨ ਦੀ ਜਿਹੜੀ ਵਿਧੀ ਆ, ਤਰੀਕਾ ਆ ਜਾਂ ਜਿਹੜਾ ਰਸਤਾ ਆ ਉਹ H1 ਹੀ ਆ ਕਿ ਤੁਸੀਂ ਵਰਕਿੰਗ ਪ੍ਰੋਫੈਸ਼ਨਲ ਨੂੰ ਪੂਰੀ ਦੁਨੀਆ 'ਚ ਕਿਸੇ ਵੀ ਖੂੰਜੇ 'ਚੋਂ ਚੱਕ ਕੇ ਇੱਥੇ ਕੰਮ ਕਰਨੀ। ਔਰ ਮੋਰ ਓਵਰ ਉਹ ਬੜੇ ਸਕਿਲਡ ਜਿਹੜੇ ਹੁੰਦੇ ਨੇ ਉਹ ਬੰਦੇ ਜਾਂਦੇ, ਹਾਈਲੀ ਸਕਿਲਡ ਮਾਈਗ੍ਰੈਂਟਸ ਨੇ ਉਹ ਐ ਨਹੀਂ ਜਾਂਦੇ। ਹਾਂ, ਤੁਸੀਂ ਉਹਨਾਂ ਦੇ ਉੱਪਰ ਰੋਕ ਲਾਉਂਦੇ ਹੋ, ਇਹਦਾ ਮਤਲਬ ਤੁਸੀਂ ਆਪਣੇ ਮੁਲਕ ਦੀ ਤਰੱਕੀ ਦੇ ਉੱਪਰ ਰੋਕ ਲਾਉਂਦੇ ਹੋ। ਇਹਨੂੰ ਇਸ ਤਰੀਕੇ ਨਾਲ ਵੇਖਿਆ ਜਾਂਦਾ ਹੈ। ਸੋ ਅਗਰ ਉਹਨਾਂ ਦੀ ਮੁੜ ਬਹਾਲੀ ਹੋਏਗੀ ਉਹਦਾ ਵੀ ਫਾਇਦਾ ਸਭ ਤੋਂ ਵੱਧ ਇੰਡੀਅਨਸ ਨੂੰ ਮਿਲਣ ਵਾਲਾ ਆ। ਬਿਕੋਜ਼ ਅਗਰ ਅਸੀਂ IT ਸੈਕਟਰ ਦੀ ਗੱਲ ਕਰੀਏ, ਬਿਕੋਜ਼ ਅਗਰ ਜਿੰਨੀਆਂ ਵੀ ਕੰਪਨੀਜ਼, ਚਾਹੇ ਤੁਸੀਂ ਕੋਈ ਵੀ ਕੰਪਨੀ ਵੇਖ ਲਓ, ਚਾਹੇ ਅਗਰ Amazon ਵੀ ਕੰਮ ਕਰਦੀ ਹੈ ਤਾਂ ਅਲਟੀਮੇਟਲੀ ਸਭ ਸੌਫਟਵੇਅਰਸ ਦੇ ਉੱਪਰ ਕੰਮ ਕਰਦੇ ਨੇ। ਬਿਲਕੁਲ। ਸੋ IT ਇੰਡਸਟਰੀ US ਦੀ ਗਰੋਥ ਦਾ ਸਭ ਤੋਂ ਵੱਡਾ ਪਿਲਰ ਹੈ। ਸੋ IT ਇੰਡਸਟਰੀ ਦੇ ਵਿੱਚ ਅਗਰ ਗੱਲ ਕਰਾਂਗੇ ਤਾਂ IT ਇੰਡਸਟਰੀ ਦੇ ਵਿੱਚ ਸਭ ਤੋਂ ਵੱਡੀ ਸ਼ਮੂਲੀਅਤ ਇੰਡੀਅਨਸ ਦੀ ਹੈ। ਸੋ ਓਬਵੀਅਸਲੀ ਅਗਰ H1 ਬਹਾਲ ਹੁੰਦਾ ਆ, ਜੋ ਕਿ ਹੁਣ ਓਬਵੀਅਸਲੀ ਜਿਹੜੀ ਅਗਲੀ ਤਰੀਕ ਆ ਮਈ ਦੇ ਵਿੱਚ ਸ਼ੁਰੂ ਹੋ ਜਾਏਗਾ। ਸੋ H1 ਦੇ ਉੱਪਰ ਅਗਰ ਲੋਕੀ ਆਣਗੇ, ਅਗਰ ਪ੍ਰੋਫੈਸ਼ਨਲਸ ਆਣਗੇ, ਸਕਿਲਡ ਮਾਈਗ੍ਰੈਂਟਸ ਆਣਗੇ, ਤੇ ਉਹਨਾਂ ਦਾ ਉਸ ਮੁਲਕ ਦੀ ਤਰੱਕੀ ਨੂੰ, ਉਹਨਾਂ ਕੰਪਨੀਜ਼ ਦੀ ਤਰੱਕੀ ਨੂੰ ਬਹੁਤ ਵੱਡਾ ਯੋਗਦਾਨ ਹੋਏਗਾ।
ਤਾਂ ਕਿਤੇ ਨਾ ਕਿਤੇ ਫਿਰ ਉਮੀਦ ਹੈ ਕਿ ਅਪ੍ਰੈਲ ਤੋਂ ਬਾਅਦ ਜਿਹੜੀ ਸਿਚੁਏਸ਼ਨ ਹੈ ਉਹ ਨਾਰਮਲ ਹੋ ਸਕਦੀ ਹੈ। ਤੁਸੀਂ ਵੇਖੋ ਲਾਈਕ ਜਿਹੜੀ ਆਪਾਂ H1 ਦੀ ਅਗਰ ਗੱਲ ਕਰੀਏ ਤੇ ਪਿੱਛੇ ਜੇ ਸਰਕਾਰ ਨੇ ਅਗਰ ਜਿਹੜੀਆਂ ਕੰਪਨੀਆਂ ਨੇ ਅਪੀਲ ਵੀ ਕੀਤੀ ਸੀ ਇਹਦੇ ਅਗੇਂਸਟ ਕੋਰਟ ਦੇ ਵਿੱਚ, ਉਹਨਾਂ ਨੂੰ ਵੀ ਕੋਰਟ ਨੇ ਰਿਲੀਫ ਦਿੱਤੀ ਸੀ। ਸੋ ਉਹਨਾਂ ਨੂੰ ਵੀ ਕਿਹਾ ਸੀਗਾ ਕਿ ਜਿਹੜੀ ਕੰਪਨੀ ਨੇ ਸਾਨੂੰ ਅਪਰੋਚ ਕੀਤਾ, ਜਿਹੜੀ ਕੰਪਨੀ ਨੇ ਇਹਦੇ ਅਗੇਂਸਟ ਅਪੀਲ ਕੀਤੀ ਹੈ H1 ਦੇ ਉੱਪਰ ਕਿਸੇ EMPLOYEE ਨੂੰ ਹਾਇਰ ਕਰਨ ਲਈ ਜਾਂ ਜਿਹੜੀ ਰੋਕ ਕਰਕੇ ਨਹੀਂ ਲੱਗ ਸਕਦੀ ਸੀ, ਉਹਨਾਂ ਨੂੰ ਰਿਲੀਫ ਮਿਲੀ ਆ ਔਰ ਉਹਨਾਂ ਨੂੰ ਅਲਾਓ ਕੀਤਾ ਕਿ ਤੁਸੀਂ ਆਪਣਾ ਬੰਦਾ ਹਾਇਰ ਕਰ ਸਕਦੇ ਹੋ। ਜੀ ਅੱਛਾ, ਜਿਹੜੇ ਸਾਡੇ ਉੱਥੇ EMPLOYED ਬੈਠੇ ਨੇ, ਕਿਉਂਕਿ ਕੰਪਨੀ ਬਹੁਤ ਸਾਰੀਆਂ ਬਹੁਤਾਤ ਕੰਪਨੀ ਇੱਦਾਂ ਦੀਆਂ ਉਹ ਹਾਇਰ ਵੀ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੇ ਕੋਲ ਵੀਜ਼ਾਸ ਨਹੀਂ ਹੈਗੇ ਔਰ ਉਹ ਵਾਪਸ ਵੀ ਨਹੀਂ ਆ ਸਕਦੇ, ਫਿਰ ਉਨ ਕੇਸ ਦੇ ਵਿੱਚ ਜਿਹੜਾ ਹੈ ਦੁਬਾਰਾ ਤੋਂ ਕੋਰਟ ਦਾ ਬੂਹਾ ਖੜਕ ਸਕਦਾ ਹੈ? ਨਹੀਂ, ਮੇਰੇ ਖਿਆਲ ਨਾਲ ਹਾਲੇ ਇਹਦੀ ਲੋੜ ਨਹੀਂ ਪਏਗੀ ਕੁਝ ਵੀ, ਬਿਕੋਜ਼ ਜਦੋਂ H1 ਨਾਰਮਲ ਤਰੀਕੇ ਨਾਲ ਬਹਾਲ ਹੋ ਹੀ ਜਾਏਗਾ, ਬਿਕੋਜ਼ ਆਹ ਟਾਈਮ ਅੱਗੇ ਵੀ ਥੋੜਾ ਬਹੁਤ ਕੋਵਿਡ ਰਿਸਟ੍ਰਿਕਸ਼ਨਸ ਕਰਕੇ ਟਰੈਵਲ ਮੂਵਮੈਂਟ ਉਨੀ ਬਹੁਤ ਜ਼ਿਆਦਾ ਨਹੀਂ ਹੈਗੀ ਜੀ। ਸੋ ਮੈਨੂੰ ਨਹੀਂ ਲੱਗਦਾ ਕਿ ਹੁਣ ਬਹੁਤ ਜ਼ਿਆਦਾ ਕਿਸੇ ਨੂੰ ਕੋਰਟ ਵੱਲ ਨੂੰ ਜਾਣਾ ਪਏਗਾ, ਬਿਕੋਜ਼ ਜਦੋਂ ਸਿਸਟਮ ਸਮਝਦਾਰ ਹੋ ਗਿਆ ਉਦੋਂ ਕਾਨੂੰਨ, ਬਿਕੋਜ਼ ਕਾਨੂੰਨ ਹੈ ਕੀ ਆ, ਕਾਨੂੰਨ ਜਿਹੜੀ ਤੁਹਾਡੀ ਪਾਪੂਲੇਸ਼ਨ ਆ ਉਹਦੀ ਸਮਾਜਿਕ ਸਮਝ ਦਾ ਵਿਸ਼ਲੇਸ਼ਣ ਆ ਅਸਲ 'ਚ ਜੀ, ਕਿ ਜਿਹੜੀ ਚੀਜ਼ਾਂ ਸਾਨੂੰ ਸੱਭਿਅਕ ਹੋ ਕੇ ਲੱਗਦੀਆਂ ਕਿ ਆਹ ਜਾਇਜ਼ ਨੇ ਉਹ ਕਾਨੂੰਨ ਦੇ ਵਿੱਚ ਜਾਇਜ਼ ਠਹਿਰਾਈਆਂ ਜਾਂਦੀਆਂ ਜੀ, ਤੇ ਜਿਹੜੀਆਂ ਚੀਜ਼ਾਂ ਸਾਨੂੰ ਲੱਗਦਾ ਕਿ ਯਾਰ ਸਾਡੇ ਸਮਾਜ ਲਈ ਚੰਗੀਆਂ ਨਹੀਂ ਆ ਉਹ ਤੁਸੀਂ ਵੇਖੋ ਹਰ ਕਾਨੂੰਨ ਦੇ ਵਿੱਚ ਉਹਨਾਂ ਨੂੰ ਨਕਾਰਿਆ ਜਾਂਦਾ ਹੈ ਜੀ। ਸੋ ਕਾਨੂੰਨ ਤਾਂ ਸਾਡਾ ਬੇਸਿਕਲੀ ਸਾਡਾ ਸ਼ੀਸ਼ਾ ਆ ਜੀ। ਸੋ ਜਦੋਂ ਸਮਾਜਿਕ ਸਮਝ ਇਦਾਂ ਦੀ ਹੋਗੀ ਕਿ ਯੈਸ ਬਾਹਰੋਂ ਆਉਣ ਨਾਲ ਤਰੱਕੀ ਹੈ ਤਾਂ ਹੌਲੀ ਹੌਲੀ ਤੁਸੀਂ ਵੇਖੋ ਸਾਰੇ ਦਰਵਾਜ਼ੇ ਆਪਣੇ ਆਪ ਖੁੱਲਦੇ ਜਾਣਗੇ ਜੀ। ਔਰ ਅਗਰ ਸਮਾਂ ਨਹੀਂ ਉੱਥੋਂ ਤੱਕ ਤਾਂ ਕਿਸੇ ਨੂੰ ਪਹਿਲਾਂ ਲੋੜ ਹੋਊਗੀ ਤਾਂ ਕੋਰਟ ਨੇ ਤਾਂ ਪਹਿਲਾਂ ਹੀ ਪ੍ਰਤੱਖ ਰੂਪ 'ਚ ਦੱਸਿਆ ਹੋਇਆ ਜੀ ਕਿ ਜਿਹੜਾ ਸਾਡੇ ਕੋਲ ਆਇਆ ਸੀ ਉਹਨਾਂ ਨੂੰ ਉਹਨਾਂ ਨੇ ਰਿਲੀਫ ਦਿੱਤੀ ਸੀ, ਪਹਿਲੇ ਰਿਲੀਫ ਦੇ ਦਿੱਤੀ। ਹਾਂ, ਇੱਕ ਕੋਰਟ ਕੰਮ ਜ਼ਰੂਰ ਕਰ ਸਕਦਾ ਸੀ ਪਰ ਟਰੰਪ ਸਾਹਿਬ ਦੇ ਟਾਈਮ ਤੇ ਉਹਨਾਂ ਨੇ ਕੀਤਾ ਨਹੀਂ, ਕਿ ਜਿਹੜਾ ਇਹ ਕਾਨੂੰਨ ਜਿਹੜਾ ਉਹਨਾਂ ਨੇ ਫੇਵਰ ਕੀਤਾ ਸੀ ਕੁਝ ਕੰਪਨੀਆਂ ਨੇ ਕਿ ਤੁਸੀਂ ਰਿਲੀਫ ਪਾਈ, ਸੋ ਇਹਨੂੰ ਫੈਡਰਲ ਲਾਅ ਦੇ ਵਿੱਚ ਇਹਨੂੰ ਸਭ ਨੂੰ ਰਿਲੀਫ ਦਿੱਤੀ ਜਾ ਸਕਦੀ ਸੀ, ਯੂਨੀਵਰਸਲ ਲਾ ਦਿੰਦੇ ਸੀ ਪੂਰੇ ਅਮਰੀਕਾ ਦੇ। ਉਹ ਨਹੀਂ ਕੀਤਾ ਗਿਆ ਸੀ। ਹਾਂ, ਮੈਨੂੰ ਲੱਗਦਾ ਕਿ ਜੇਕਰ ਹੁਣ ਕੋਈ ਜਾਊਗਾ ਵੀ ਤਾਂ ਉਹਨੂੰ ਤੁਸੀਂ ਯੂਨੀਵਰਸਲੀ ਉਹਨੂੰ ਸਾਰੇ ਪਾਸੇ ਇੰਪਲੀਮੈਂਟ ਵੀ ਕਰ ਸਕਦੇ ਹੋ। ਅੱਛਾ, ਜਦੋਂ ਆਪਾਂ ਚਲੋ ਇਹ ਤਾਂ ਹੋ ਗਿਆ H1 ਬਾਰੇ ਗੱਲ, ਜਦੋਂ ਅਸੀਂ ਸਟੱਡੀ ਵੀਜ਼ਾ ਦੀ ਗੱਲ ਕਰਦੇ ਹਾਂ, ਐਜੂਕੇਸ਼ਨ ਸਿਸਟਮ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਕੀ ਪ੍ਰੋਗਰੈਸ ਹੈ ਅੱਗੋਂ? US ਦੇ ਵਿੱਚ ਇਸ ਟਾਈਮ ਜਿਹੜੀਆਂ ਅੰਬੈਸੀ ਅਪਾਇੰਟਮੈਂਟਸ ਦੇ ਰਹੀ ਆ ਉਹ ਸਿਰਫ ਤੇ ਸਿਰਫ ਸਟੂਡੈਂਟ ਵਾਲੀਆਂ ਹੀ ਨੇ। ਸੋ ਉਹਦੇ 'ਚ F1 ਸਭ ਤੋਂ ਮੇਜਰ ਆ ਕਿ ਜਿਹੜੇ ਸਟੂਡੈਂਟਸ ਇੱਥੋਂ ਜਾਂਦੇ ਨੇ। ਹਾਂ, ਜਿਹੜੀਆਂ ਕੁਝ ਕੰਡੀਸ਼ਨਸ ਨੇ, ਸੋ ਬੇਸਿਕਲੀ ਉਹਦੇ 'ਚ ਸਟੂਡੈਂਟ ਕੈਟਾਗਰੀਜ਼ ਨੇ ਕਿ ਜਿਹੜੇ ਸਟੂਡੈਂਟਸ ਜਾ ਰਹੇ ਨੇ, ਬਿਕੋਜ਼ ਸਟੂਡੈਂਟ ਵੀ ਬਹੁਤ ਵੱਡਾ ਸਰਮਾਇਆ ਆ। ਤੁਸੀਂ ਦੇਖੋ ਜਿਹੜਾ ਸਕਿਲਡ ਮਾਈਗ੍ਰੈਂਟ ਜਾਂਦਾ ਜਾਂ ਸਕਿਲਡ ਪ੍ਰੋਫੈਸ਼ਨਲ ਜਾਂਦਾ ਉਹ ਇਮੀਡੀਏਟਲੀ ਜਾ ਕੇ ਉੱਥੇ ਕਮਾਈ ਕਰਨ ਲੱਗ ਜਾਂਦਾ ਤੇ ਉਹ ਪੈਸਾ ਵਾਪਸ ਆਪਣੇ ਮੁਲਕ ਵੀ ਭੇਜ ਸਕਦਾ। ਜਿਹੜਾ ਸਟੂਡੈਂਟ ਜਾਂਦਾ, ਸਟੂਡੈਂਟ ਨਾਲ 5 ਰੁਪਈਆਂ ਦੀ ਲੈ ਕੇ ਜਾਂਦਾ ਆ, ਇਹ ਪੈਸਾ ਉਸ ਇਕਨੋਮੀ ਦੇ ਵਿੱਚ ਪੰਪ ਕੀਤਾ ਜਾਂਦਾ ਆ, ਜਿਹਦੇ ਨਾਲ ਕਿ ਉਹਦੇ ਕਮਾਈ ਕਰਨ ਦੇ ਜਾਂ ਉਹਦੇ ਜਿਹੜੇ ਵਾਪਸ ਪੈਸਾ ਉਹ ਕਮਾਉਣ ਦੇ ਚਾਂਸਸ ਕਈ ਸਾਲਾਂ ਬਾਅਦ ਬਣਨੇ, 3 4 5 ਸਾਲ ਬਾਅਦ ਜਾ ਕੇ ਉਹਨੇ ਪੈਸਾ ਰਿਕਵਰ ਕਰਨਾ ਆ। ਸੋ ਸਟੂਡੈਂਟ ਬਹੁਤ ਵੱਡਾ ਸਰਮਾਇਆ ਮੰਨਿਆ ਜਾਂਦਾ ਕਿਸੇ ਵੀ ਕੰਟਰੀ ਲਈ। ਸੋ ਇੱਕ ਸਮਾਂ ਸੀ ਕਿ ਜਦੋਂ ਇਹ ਲੱਗਦਾ ਸੀਗਾ ਕਿ ਸ਼ਾਇਦ ਇੰਡਸਟਰੀ ਸਭ ਤੋਂ ਵੱਡੀ ਚੀਜ਼ ਆ ਜਿਹਨੇ ਇਕਨੋਮੀ ਨੂੰ ਮੂਵ ਕਰਨਾ, ਬਟ ਹੌਲੀ ਹੌਲੀ ਇਹ ਸਮਝ ਲੱਗੀ ਕਿ ਜਿਹੜਾ ਇੰਟਰਨੈਸ਼ਨਲ ਟਰੈਵਲ ਆ, ਟੂਰਿਜ਼ਮ ਆ, ਔਰ ਔਨ ਟੌਪ ਆਫ ਦੈਟ ਜਿਹੜੀ ਇੰਟਰਨੈਸ਼ਨਲ ਸਟੂਡੈਂਟਸ ਦੀ ਐਜੂਕੇਸ਼ਨ ਆ, ਇਹ ਬਹੁਤ ਵੱਡਾ ਜਿਹੜਾ ਸਰਮਾਇਆ ਉਹ ਇੱਕਦਮ ਇਕੱਠਾ ਲੈ ਕੇ ਆਏਗਾ, ਇਕਨੋਮੀ ਨੂੰ ਬੂਸਟ ਕਰਦਾ ਹੈ। ਬਿਕੋਜ਼ ਇਹ ਮਲਟੀਪਲਾਇਰ ਫੈਕਟਰ ਲੱਗਦਾ। ਇੱਕ ਸਟੂਡੈਂਟ ਦੀ $15,000 ਫੀਸ ਆ, ਅੱਛਾ ਜੇ 1000 ਸਟੂਡੈਂਟ ਆਏ ਕਿੰਨਾ, ਜੇ ਲੱਖ ਸਟੂਡੈਂਟ ਆਏ ਕਿੰਨਾ, ਸੋ ਜੇ 10 ਲੱਖ ਸਟੂਡੈਂਟ ਆਏ ਕਿੰਨਾ। ਸੋ ਅਮਰੀਕਾ ਬਹੁਤ ਵੱਡਾ ਮੁਲਕ ਆ, ਸੋ ਇਹਦੀ ਗ੍ਰਾਸਪਿੰਗ ਪਾਵਰ ਚੰਗੀ ਹੈ, ਸੋ ਇਹਦੇ ਵੀਜ਼ਾਸ ਦੀ ਗਿਣਤੀ ਹਮੇਸ਼ਾ ਚੰਗੀ ਰਹੀ ਹੈ। ਸੋ ਇਸ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਦਾ ਮੱਕਾ ਤਾਂ ਸ਼ੁਰੂ ਤੋਂ ਰਿਹਾ ਹੀ ਰਿਹਾ ਹੈ। ਔਰ ਇਸ ਟਾਈਮ ਜਦੋਂ ਕੋਵਿਡ ਦੇ ਕਰਕੇ ਸਾਰੀਆਂ ਕੈਟਾਗਰੀਜ਼ ਬੰਦ ਨੇ, H1 ਹੋ ਗਏ, ਟੂਰਿਸਟ ਹੋ ਗਏ, B1 ਹੋ ਗਏ, ਮਤਲਬ ਸਾਰੀਆਂ ਕੈਟਾਗਰੀਜ਼ ਤਕਰੀਬਨ ਬ੍ਰੇਕ ਲੱਗੀ ਰਹੀ, ਬਟ ਉਦੋਂ ਵੀ US ਨੇ ਸਟੂਡੈਂਟ ਵੀਜ਼ਾ ਦੇ ਉੱਪਰ ਰੋਕ ਨਹੀਂ ਲਾਈ। ਸੋ ਅੱਜ ਦੀ ਡੇਟ ਵਿੱਚ ਵੀ I-20 ਇਸ਼ੂ ਹੋ ਰਹੀਆਂ ਨੇ, ਯੂਨੀਵਰਸਿਟੀਜ਼ ਐਪਲੀਕੇਸ਼ਨਸ ਲੈ ਰਹੀਆਂ ਨੇ, ਔਰ ਅਗਰ ਤੁਹਾਡੇ ਕੋਲ ਐਪਲੀਕੇਸ਼ਨ I-20 ਆ ਜਾਂਦੀ ਹੈ, ਤੁਸੀਂ ਉਸ ਤੋਂ ਬਾਅਦ ਅੰਬੈਸੀ ਨੂੰ ਰਿਕੁਐਸਟ ਕਰਦੇ ਹੋ, ਅੰਬੈਸੀ ਤੁਹਾਨੂੰ ਅਪਾਇੰਟਮੈਂਟ ਵੀ ਦਿੰਦੀ ਹੈ। ਹਾਲਾਂਕਿ ਸਿਲੈਕਟਡ ਲਿਮਿਟਡ ਸਲੋਟਸ ਨੇ, ਬਟ ਫਿਰ ਵੀ ਵੀਜ਼ਾਸ ਪ੍ਰੋਸੈਸ ਹੋ ਰਹੇ ਨੇ ਔਰ ਸਟੂਡੈਂਟ ਜਾ ਰਹੇ ਨੇ। ਅੱਛਾ, ਚਲੋ ਇਹ ਤਾਂ ਸੀਗੀ ਅਮਰੀਕਾ ਦੀ ਗੱਲ ਕਿ ਅਮਰੀਕਾ ਦੇ ਵਿੱਚ ਇਹ ਲੱਗਦੇ ਨੇ, ਔਰ ਤੁਸੀਂ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਅਮਰੀਕਾ ਇੱਦਾਂ ਦਾ ਮੁਲਕ ਹੈ ਜਿਹੜਾ ਭਾਰਤ ਨੂੰ ਬਹੁਤ ਜ਼ਿਆਦਾ ਟਰੈਵਲ ਵੀਜ਼ਾ ਦਿੰਦਾ ਹੈ ਔਰ ਸਭ ਤੋਂ ਜ਼ਿਆਦਾ ਜਿਹੜਾ ਹਾਈ ਰੇਟ ਹੈ ਉਹ ਸਾਡੇ ਹੀ ਆ। ਅਸੀਂ ਕੈਨੇਡਾ ਬਾਰੇ ਵੀ ਗੱਲ ਕਰਾਂਗੇ, ਪਰ ਇੱਥੇ ਰੁਕਦੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਮਿਲਦੇ ਹਾਂ ਬ੍ਰੇਕ ਦੇ ਉਸੇ ਪਾਰ। ਦੇਖਦੇ ਰਹੋ ਪੰਜਾਬ ਮੇਲ USA TV। 3 ਦਹਾਕਿਆਂ ਤੋਂ ਤੁਹਾਡੇ ਰਿਸ਼ਤਿਆਂ ਨੂੰ ਗਹਿਣਿਆਂ ਦੇ ਨਾਲ ਹੋਰ ਖੂਬਸੂਰਤ ਤੇ ਚਮਕਦਾਰ ਬਣਾ ਰਹੇ ਨੇ ਨੂਰ ਮਹਿਲ ਜਿਊਲਰਸ। 22, 23, 24 ਕੈਰਟ ਵਿੱਚ ਸੋਨੇ, ਚਾਂਦੀ ਤੇ ਹੀਰਿਆਂ ਦੇ ਡਿਜ਼ਾਈਨਰ ਗਹਿਣਿਆਂ ਨਾਲ ਤੁਹਾਡੇ ਘਰ ਦੀਆਂ ਖੁਸ਼ੀਆਂ ਨੂੰ ਹੋਰ ਕੀਮਤੀ ਬਣਾ ਦਿੰਦੇ ਨੇ ਨੂਰ ਮਹਿਲ ਜਿਊਲਰਸ। ਰਾਸ਼ੀ ਨਗ ਵਾਲੀਆਂ ਚਮਕਦਾਰ ਮੁੰਦਰੀਆਂ ਨੂਰ ਮਹਿਲ ਜਿਊਲਰਸ ਤੋਂ ਲੈ ਕੇ ਤੁਸੀਂ ਗਹਿਣਿਆਂ ਦੇ ਨਾਲ ਆਪਣੀ ਕਿਸਮਤ ਵੀ ਚਮਕਾਉਂਦੇ ਹੋ।
ਇੱਥੇ ਪੁਰਾਣੇ ਗਹਿਣੇ ਵੀ ਵੇਚੇ ਜਾਂਦੇ ਨੇ। ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ 2 ਲੋਕੇਸ਼ਨਸ ਯੂਬਾ ਸਿਟੀ ਤੇ ਸੈਕਰਾਮੈਂਟੋ ਤੋਂ ਤੁਹਾਨੂੰ ਸਰਵ ਕਰ ਰਹੇ ਨੇ ਨੂਰ ਮਹਿਲ ਜਿਊਲਰਸ 2840 ਡੈਲ ਪਾਸੋ ਰੋਡ ਸੂਟ 200 ਸੈਕਰਾਮੈਂਟੋ 916 692 8121 916 692 8121 ਨੂਰ ਮਹਿਲ ਜਵੈਲਰਸ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਸੀ ਕਿ ਕਿਹੜੇ-ਕਿਹੜੇ ਮੁਲਕ ਨੇ ਜਿਨ੍ਹਾਂ ਨੇ ਕਰੋਨਾ ਤੋਂ ਬਾਅਦ ਜਾਂ ਇਹ ਕਹਿ ਲਓ ਕਿ ਟਰੰਪ ਦੇ ਜਾਣ ਤੋਂ ਬਾਅਦ ਜਿਹੜਾ ਹੈ ਤਬਦੀਲੀਆਂ ਲਿਆਂਦੀਆਂ ਨੇ। ਅੱਛਾ, ਨਾਲ ਦਾ ਇਹ ਮੁਲਕ ਲੱਗਦਾ ਹੈ ਕੈਨੇਡਾ। ਕਹਿੰਦੇ ਹੁੰਦੇ ਚੰਦਰਾ ਗਵਾਂਢ ਨਾ ਹੋਵੇ, ਜੇ ਹੋਵੇ ਤੇ ਹੋਵੇ ਚੰਗਾ। ਪਰ ਹੁਣ ਚਲੋ ਚੰਦਰਾ ਗਵਾਂਢ ਜਿਹੜਾ ਉਹ ਖਤਮ ਹੋ ਗਿਆ, ਜਿੱਦਾਂ ਤੁਸੀਂ ਕਿਹਾ ਕਿ ਵੱਖਰੇ ਲੋਕਾਂ ਨੇ ਟਵੀਟ ਵੀ ਕੀਤੇ ਕਿ ਟਰੰਪ ਤੋਂ ਛੁਟਕਾਰਾ ਮਿਲ ਗਿਆ, ਸਾਨੂੰ ਕਦੋਂ ਮਿਲੂਗਾ, ਇੰਡੀਅਨਸ ਨੇ ਕਿਹਾ। ਕਿਉਂਕਿ ਉਹ ਬਹੁਤ ਹਾਰਡ ਲਾਈਨਰ ਹੈ। ਦੇਖਿਆ ਜਾਂਦਾ ਕਿ ਚਾਹੇ ਉਹ ਇਮੀਗ੍ਰੇਸ਼ਨ ਦੀ ਗੱਲ ਕਰੀਏ, ਚਾਹੇ ਐਕਸਟਰਨਲ ਮਿਨਿਸਟਰੀ ਦੀ ਗੱਲ ਕਰੀਏ, ਤੇ ਜਦੋਂ ਜੋ ਬਾਈਡਨ ਦੀ ਗੱਲ ਕਰਦੇ ਨੇ ਉਹਨਾਂ ਦਾ ਕਹਿੰਦੇ ਬਹੁਤ ਖਾਸਾ ਐਕਸਪੀਰੀਅੰਸ ਹੈ। ਉਹ ਐਕਸਟਰਨਲ ਫਿਰ ਮਿਨਿਸਟਰ ਵੀ ਰਹਿ ਚੁੱਕੇ ਨੇ। ਬੇਸਿਕਲੀ ਜਿਹੜੀ ਡੈਮੋਕ੍ਰੇਸੀਜ਼ ਨੇ ਉਹ ਅਸਲ 'ਚ ਚੱਲਦੀਆਂ ਇਸੇ ਤਰੀਕੇ ਨਾਲ, ਲੋਕਾਂ ਦੀ ਨਬਜ਼ ਨਾਲ ਚੱਲਦੀਆਂ, ਔਰ ਹੌਲੀ ਹੌਲੀ ਪੂਰੀ ਦੁਨੀਆ 'ਚ ਤਕਰੀਬਨ ਇੱਦਾਂ ਦਾ ਸਮਾਂ ਆਈ ਜਾਂਦਾ ਕਿ ਜਿਹੜਾ ਚਾਹੇ ਡੈਮੋਕ੍ਰੇਸੀ ਹੋਵੇ, ਚਾਹੇ ਕੋਈ ਵੀ ਫਾਰਮ ਆਫ ਗਵਰਨਮੈਂਟ ਹੋਵੇ, ਗਵਰਨਮੈਂਟ ਆਪਣੀਆਂ ਪਾਵਰਸ ਗਰੋ ਕਰਨ ਲੱਗ ਪਈ ਜੀ। ਸੋ ਔਰ ਮੁੜ ਕੇ ਉਹੀ ਜਦੋਂ ਤੁਸੀਂ ਵੇਖੋਗੇ, ਜਦੋਂ ਖੇਡ ਤੋਂ ਖਿਡਾਰੀ ਵੱਡਾ ਹੋ ਜਾਵੇ ਉਦੋਂ ਖੇਡ ਨਹੀਂ ਰਹਿੰਦੀ। ਔਰ ਪਿੱਛੇ ਜੇ ਪੋਲੀਟਿਕਸ ਵਿੱਚ ਸਾਰੇ ਮੁਲਕਾਂ 'ਚ ਤਕਰੀਬਨ ਵੇਖਣ ਨੂੰ ਇਹੀ ਆ ਰਿਹਾ ਕਿ ਹੁਣ ਖੇਡ ਤੋਂ ਖਿਡਾਰੀ ਵੱਡੇ ਹੋ ਗਏ, ਸੋ ਖੇਡ ਛੋਟੀ ਹੋ ਗਈ, ਪੋਲੀਟਿਕਸ ਛੋਟੀ ਹੋ ਗਈ, ਵਨ ਮੈਨ ਸੈਂਟਰਿਕ ਹੋ ਗਈ। ਅੱਗੇ ਸੀ ਨਾ ਕਿ ਤੁਸੀਂ ਸਮੂਹ ਹੈ, ਚਾਹੇ ਉਹ ਮੈਂਬਰਸ ਦਾ ਪਾਰਲੀਮੈਂਟਸ, ਮਤਲਬ ਇਕੱਲੇ ਮੈਂਬਰ ਜਿੱਤ ਕੇ ਤੇ ਫਿਰ ਸਰਕਾਰ ਬਣਾਉਂਦੇ ਨੇ। ਹੁਣ ਲੱਗਦਾ ਕਿ ਸ਼ਾਇਦ ਇੱਕ ਬੰਦਾ ਹੀ ਸਾਰਾ ਕੁਝ ਕਰਦਾ। ਜਦੋਂ ਇਹ ਫੀਲਿੰਗ ਆ, ਇਸ ਨੂੰ ਕਿਹਾ ਜਾਂਦਾ ਕਿ ਖੇਡ ਤੋਂ ਖਿਡਾਰੀ ਵੱਡਾ ਜੀ। ਤੇ ਜਦੋਂ ਖੇਡ ਤੋਂ ਖਿਡਾਰੀ ਵੱਡਾ ਹੋ ਜਾਏ ਤਾਂ ਖੇਡ ਵਿਗੜਦੀ ਹੁੰਦੀ ਹੈ। ਅੱਛਾ, ਫਿਰ ਭਾਰਤ ਦੇ ਵਿੱਚ ਕੀ ਹੈ? ਕਿਉਂਕਿ ਤੁਸੀਂ ਡੈਮੋਕ੍ਰੇਸੀ ਦੀ ਗੱਲ ਕਰ ਲਈ, ਕਿਉਂ ਭਾਰਤ ਦੇ ਵਿੱਚ ਵੀ ਇਹੀ ਕੁਝ ਚੱਲ ਰਿਹਾ ਜਿਵੇਂ ਲੱਗਦਾ? ਇਹ ਲਗਭਗ ਉਹੀ ਹਿਸਾਬ ਹੈ, ਔਰ ਤਾਂ ਹੀ ਤੁਸੀਂ ਐਗਜ਼ਾਮਪਲ ਕੋਟ ਕਰਦੇ ਹੋ, ਤਾਂ ਹੀ ਇਹਨਾਂ ਚੀਜ਼ਾਂ ਨੂੰ ਇਕੱਠੇ ਰਲਾ ਕੇ ਵੇਖਦੇ ਹੋ ਕਿ ਜਦੋਂ ਖੇਡ ਸਾਡੇ ਵੀ ਇੱਥੇ ਖੇਡ ਤੋਂ ਖਿਡਾਰੀ ਵੱਡਾ ਹੋਇਆ ਪਿਆ ਤਾਂ ਖੈਰ ਚਲੋ ਬਾਅਦ ਦੀਆਂ ਗੱਲਾਂ। ਫਿਲਹਾਲ ਅਸੀਂ ਕੈਨੇਡਾ ਦੀ ਗੱਲ ਕਰ ਲਈਏ ਤੇ ਕੈਨੇਡਾ ਦੇ ਵਿੱਚ ਕੀ ਬਦਲਾਅ ਹੋ ਸਕਦਾ, ਜਾਂ ਕੈਨੇਡਾ ਦੇ ਵਿੱਚ ਜਿਹੜੇ ਸਟੂਡੈਂਟ ਵੀਜ਼ਾ ਹੈ ਜਾਂ ਵਰਕ ਪਰਮਿਟ ਹੈ ਉਹਨਾਂ ਨੂੰ ਕਿਵੇਂ ਪ੍ਰੋਸੈਸ ਕੀਤਾ ਜਾ ਸਕਦਾ ਹੈ? ਕੈਨੇਡਾ ਦੇ ਵਿੱਚ ਕੈਨੇਡਾ ਕਾਫੀ ਸਮੂਥ ਹੈ। ਵੈਸੇ ਕੈਨੇਡਾ ਦੇ ਵਿੱਚ ਕਦੀ ਵੀ ਇੱਦਾਂ ਦੀ ਬ੍ਰੇਕ ਲੱਗੀ ਨਹੀਂ ਹੈ, ਨਾ ਹੀ ਕੈਨੇਡਾ ਦੇ ਵਿੱਚ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਮਝ ਸਕਦੇ ਹਾਂ। ਬਿਕੋਜ਼ ਕੈਨੇਡਾ ਨੇ, ਤੁਸੀਂ ਸੋਚੋ ਕਿ ਜਦੋਂ ਚਾਹੇ ਕੋਵਿਡ ਵੀ ਰਿਹਾ, ਚਾਹੇ ਕੋਵਿਡ 1 ਰਿਹਾ, 2 ਰਿਹਾ, ਕੋਈ ਵੀ ਸਟੇਜਸ ਰਹੀਆਂ, ਜਦੋਂ ਕੋਵਿਡ ਦੀਆਂ ਇਨੀਸ਼ੀਅਲ ਸਟੇਜਸ ਵੀ ਰਹੀਆਂ, ਉਦੋਂ ਵੀ ਕੈਨੇਡਾ ਨੇ ਵੀਜ਼ਾਸ ਦੇ ਰੋਕ ਨਹੀਂ ਲਾਈ, ਵੀਜ਼ਾਸ ਪ੍ਰੋਸੈਸ ਕਰਨੇ ਨਹੀਂ ਰੋਕੇ। ਸੋ ਹਾਲਾਂਕਿ ਉਹਨੇ ਨਵੀਂ ਟਰਮੀਨੋਲੋਜੀ ਲਿਆਂਦੀ AIP ਕਰਕੇ, ਔਰ ਹੁਣ ਵੀ ਜਿਹੜਾ ਸੈਕੰਡ ਫੇਜ਼ ਆ ਜਿਹਦੇ 'ਚ ਅਗੇਨ ਲਾਕਡਾਊਨ ਹੋਇਆ, ਅਗੇਨ ਲੱਗਦਾ ਸੀ ਕਿ AIP ਸਿਰਫ ਉਹ ਜਿਹੜੀ ਸਿਰਫ ਇੱਕ ਪਰਟੀਕੂਲਰ ਸਮੈਸਟਰ ਲਈ ਸੀ, ਉਹਨੂੰ ਅਗੇਨ ਦੁਬਾਰਾ ਫਿਰ AIP ਨੂੰ ਝੋਲੇ 'ਚੋਂ ਬਾਹਰ ਕੱਢ ਲਿਆ ਗਿਆ। ਔਰ ਫਿਰ ਵੀ ਕੈਨੇਡਾ ਦੇ ਵਿੱਚ ਜਿਹੜੀ ਇਹ ਟਰੈਵਲ ਰੋਕ ਆ ਉਹ ਹੁਣ 1 ਮਹੀਨਾ ਹੋਰ ਵਧਾਈ ਗਈ ਹੈ। ਹੁਣ 21 ਫਰਵਰੀ 2021 ਤੱਕ ਕੈਨੇਡਾ ਦੇ ਵਿੱਚ ਟਰੈਵਲ ਬੈਨ ਆ। ਸੋ ਟਰੈਵਲ ਬੈਨ ਜ਼ਰੂਰ ਆ, ਬਟ ਐਪਲੀਕੇਸ਼ਨਸ ਪ੍ਰੋਸੈਸ ਹੋ ਰਹੀਆਂ ਨੇ, ਵੀਜ਼ਾਸ ਆ ਰਹੇ ਨੇ, ਹਾਲਾਂਕਿ AIP ਆ ਰਹੀਆਂ ਨੇ ਜਾਂ ਐਪਲੀਕੇਸ਼ਨਸ ਅਪਰੂਵ ਹੋ ਰਹੀਆਂ ਨੇ ਇਨ ਪ੍ਰਿੰਸੀਪਲ। ਪਰ ਕੈਨੇਡਾ ਦੇ ਵਿੱਚ ਅਗਰ ਅਸੀਂ ਸੋਚਾਂਗੇ ਕੈਨੇਡਾ ਦੇ ਵਿੱਚ ਕਦੀ ਬ੍ਰੇਕ ਲੱਗੇਗੀ, ਇਹ ਹੋਣ ਵਾਲਾ ਨਹੀਂ ਹੈ। ਕੈਨੇਡਾ ਦੀ ਇਮੀਗ੍ਰੇਸ਼ਨ ਦੀ ਜਿਹੜੀ ਭੁੱਖ ਆ ਉਹ ਬਹੁਤ ਜ਼ਿਆਦਾ ਵੱਡੀ ਹੈ। ਕੈਨੇਡਾ ਦੀਆਂ ਇਮੀਗ੍ਰੇਸ਼ਨ ਦੀਆਂ ਜ਼ਰੂਰਤਾਂ, ਜਾਂ ਥੋੜ੍ਹੇ ਚੰਗੇ ਸ਼ਬਦਾਂ 'ਚ ਕਹੀਏ, ਕੈਨੇਡਾ ਦੀਆਂ ਇਮੀਗ੍ਰੇਸ਼ਨ ਦੀਆਂ ਜ਼ਰੂਰਤਾਂ ਬਹੁਤ ਜ਼ਿਆਦੀਆਂ ਨੇ। ਬਿਕੋਜ਼ ਕੈਨੇਡਾ ਦੀ ਇਕੋਨਮੀ ਨੂੰ ਜਿਹੜਾ 100% ਫਾਇਦਾ ਹੀ ਇਕੱਲੇ ਮਾਈਗਰੈਂਟਸ ਨਾਲ ਆ, ਬਿਕੋਜ਼ ਪਾਪੂਲੇਸ਼ਨ ਘੱਟ ਹੈ ਔਰ ਏਰੀਆ ਜ਼ਿਆਦਾ ਆ। ਸੋ ਜਿੰਨਾ ਆਬਾਦ ਹੋਏਗਾ, ਜਿੰਨਾ ਵਸੇਗਾ, ਉਨਾ ਹੀ ਕੈਨੇਡਾ ਨੂੰ ਫਾਇਦਾ ਹੋਣ ਵਾਲਾ ਆ। ਸੋ ਹੁਣ ਜਿਹੜਾ ਟਰੈਵਲ ਬੈਨ ਵੀ ਆ, ਟਰੈਵਲ ਬੈਨ ਨੂੰ ਵੀ ਬਹੁਤ ਜ਼ਿਆਦਾ ਸੀਰੀਅਸਲੀ ਅਸੀਂ ਨਹੀਂ ਮੰਨ ਰਹੇ, ਬਿਕੋਜ਼ ਥੋੜ੍ਹਾ ਜਿਹਾ ਜਦੋਂ ਤੁਹਾਡਾ ਕੈਨੇਡਾ ਦਾ ਥੋੜ੍ਹਾ ਜਿਹਾ ਡਰ ਲੱਥਦਾ ਆ, ਇੱਕਦਮ ਸਭ ਚੀਜ਼ਾਂ ਨਾਰਮਲਾਈਜ਼ ਹੋ ਜਾਂਦੀਆਂ ਨੇ। ਔਰ ਅਗਰ ਇਹਨੂੰ 1 ਮਹੀਨਾ, ਬਿਕੋਜ਼ ਇਹ ਇਹਤਿਆਤ ਦੇ ਤੌਰ 'ਤੇ, ਬਿਕੋਜ਼ ਸਾਰਾ ਯੂਰਪ ਬੰਦ ਆ, ਸਾਰੇ ਬਿਕੋਜ਼ ਫਲਾਈਟ ਸਾਰੀਆਂ ਉੱਥੋਂ ਟ੍ਰਾਂਜ਼ਿਟ ਹੋ ਕੇ ਨਿਕਲਦੀਆਂ ਨੇ। ਇੰਗਲੈਂਡ ਨੇ ਦੁਬਾਰਾ ਲਾਕਡਾਊਨ ਸ਼ੁਰੂ ਕੀਤਾ ਆ, ਸੋ ਇਸ ਕਰਕੇ ਇਹਤਿਆਤਨ 1 ਮਹੀਨਾ ਇਹਨੂੰ ਐਕਸਟੈਂਡ ਜ਼ਰੂਰ ਕੀਤਾ ਗਿਆ ਹੈ। ਬਟ ਇਹ ਰੋਕ ਜ਼ਿਆਦਾ ਲੰਮਾ ਸਮਾਂ ਰਹੇਗੀ ਨਹੀਂ। ਔਰ ਆਪਾਂ ਇੱਕ ਗੱਲ ਹੋਰ ਵੇਖੀ ਆ ਕਿ ਅਸੀਂ ਕੋਵਿਡ ਤੋਂ ਜਿੰਨੇ ਵੀ ਮੁਲਕ ਡਰੇ ਨੇ, ਜਾਂ ਕੋਈ ਵੀ ਇੱਦਾਂ ਦਾ ਸਮਾਂ ਰਿਹਾ, ਜਿੰਨਾ ਮਰਜ਼ੀ ਕੋਈ ਪਰਹੇਜ਼ ਰੱਖ ਲੇ, ਇਹਦੀ ਆਪਣੀ ਰਫ਼ਤਾਰ ਹੈ। ਇਹ ਆਪਣੀ ਰਫ਼ਤਾਰ ਨਾਲ ਆਇਆ, ਆਪਣੀ ਰਫ਼ਤਾਰ ਨਾਲ ਪਲਿਆ, ਆਪਣੀ ਰਫ਼ਤਾਰ ਨਾਲ ਹੀ ਗਿਆ, ਨਾ ਕਿਸੇ ਦੇ ਰੁਕਿਆ ਤੇ ਨਾ ਹੀ ਕਿਸੇ ਦੇ ਲਿਆਂਦਿਆਂ ਆਇਆ। ਇਸ ਦੀ ਐਗਜ਼ਾਮਪਲ ਇੰਗਲੈਂਡ ਹੈ। ਬਿਲਕੁਲ, ਕਿਉਂਕਿ ਬਹੁਤ ਕੋਸ਼ਿਸ਼ਾਂ ਕੀਤੀਆਂ ਉਹਨਾਂ ਨੇ, ਬਹੁਤ ਜ਼ਿਆਦਾ ਪ੍ਰੋਸੈਸ, ਸਟੈਂਡਰਡ SOP ਵੀ ਵਰਤੀਆਂ, ਪਰ ਉਹ ਗੱਲ ਨਹੀਂ ਬਣਦੀ। ਸੋ ਅਲਟੀਮੇਟਲੀ ਇਹ ਸਭ ਨੂੰ ਲਾਈਕ ਵੀ ਲਰਨ ਫਰੋਮ ਦਾ ਪਾਸਟ। ਸੋ ਅਸੀਂ ਹਮੇਸ਼ਾ ਸਿੱਖਿਆ ਹੀ ਹੈ ਕੁਛ ਨਾ ਕੁਛ। ਔਰ ਖੈਰ ਕੋਵਿਡ ਵਾਲਾ ਟਾਈਮ ਸਭ ਦੇ ਲਈ ਲਰਨਿੰਗ ਵਾਲਾ ਵੀ ਬਹੁਤ ਰਿਹਾ, ਔਰ ਸਾਰੇ ਮੁਲਕਾਂ ਨੇ ਇਹਦੇ ਵਿੱਚ ਜੋ ਲਾਈਕ ਇਹਤਿਆਤਨ ਰੱਖੀਆਂ। ਪਰ ਕੈਨੇਡਾ ਨੇ ਫਿਰ ਵੀ ਲਿਬਰਲ ਰਿਹਾ ਆਪਣੀ ਇਮੀਗ੍ਰੇਸ਼ਨ ਪਾਲਿਸੀ ਦੇ ਉੱਪਰ, ਫੋਰਨ ਵਰਕਰਸ ਦੇ ਉੱਪਰ,
ਔਰ ਈਵਨ ਸਟੂਡੈਂਟਸ ਦੇ ਉੱਪਰ, ਔਰ ਇਹੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੈਨੇਡਾ ਇਸੇ ਰੁਖ 'ਤੇ ਰਹੇਗਾ। ਅੱਛਾ ਰਵਿੰਦਰ ਜੀ, ਜਦੋਂ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ ਤੇ ਕੈਨੇਡਾ ਦੇ ਵਰਕ ਪਰਮਿਟ ਦਾ ਕੀ ਸਕਸੈਸ ਰੇਟ ਹੈ, ਪ੍ਰੋਸੈਸ ਕੀ ਹੈ ਔਰ ਕਿਵੇਂ ਇਹ ਸਾਰਾ ਫਾਈਲ ਕੀਤਾ ਜਾਂਦਾ ਹੈ? ਕੈਨੇਡਾ ਫੋਰਨ ਵਰਕਰ ਦੀਆਂ ਜ਼ਰੂਰਤਾਂ ਬਹੁਤ ਜ਼ਿਆਦੀਆਂ ਨੇ, ਬਿਕੋਜ਼ ਜਿੰਨੀਆਂ ਕਿ ਜੌਬਸ ਆ, ਜਿਹੜੀਆਂ ਸਕਿਲਡ ਕਈ ਜੌਬਸ ਆ, ਉਹਨਾਂ ਉੱਪਰ ਲੋਕਲ ਲੋਕ ਕੰਮ ਨਹੀਂ ਕਰਦੇ। ਜਿੱਦਾਂ ਖੇਤਾਂ 'ਚ ਬਹੁਤ ਘੱਟ ਲੋਕ ਕੰਮ ਕਰਦੇ ਨੇ, ਟਰੱਕਿੰਗ ਦੇ ਉੱਪਰ ਬਹੁਤ ਘੱਟ ਲੋਕ ਕੰਮ ਕਰਦੇ ਆ। ਲੋਕਲਸ ਦਾ ਹੁੰਦਾ ਕਿ ਇੱਕ ਤਾਂ ਬਾਹਰ ਜਾਣਾ ਪੈਂਦਾ, ਇੱਕ ਆਪਣੀ ਕਨਵੀਨੀਅੰਸ ਦੇ ਉੱਪਰ ਜਾਣਾ ਪੈਂਦਾ, ਔਰ ਇੱਕ ਐਕਸਟੈਂਡਡ ਵਰਕਿੰਗ ਆਵਰਸ ਨੇ ਇਹਨਾਂ ਦੋਨਾਂ ਇੰਡਸਟਰੀਜ਼ ਦੇ ਵਿੱਚ। ਔਰ ਇਹ ਗੋਰੇ ਲਕੀਰ ਦੇ ਫਕੀਰ, ਉਹੀ 5 ਵਰਕਿੰਗ ਡੇਜ਼ ਤੇ 8 ਘੰਟੇ ਫੁੱਲ ਟਾਈਮ ਜੌਬ, ਇਸ ਤੋਂ ਉੱਪਰ ਜ਼ਿਆਦਾ ਸੋਚਿਆ ਨਹੀਂ ਜਾਂਦਾ। ਸੋ ਇਹ ਦੋਨੋਂ ਇੱਦਾਂ ਦੀਆਂ ਜੌਬਸ ਨੇ ਜਿਹਦੇ ਉੱਪਰ ਤਕਰੀਬਨ ਫੋਰਨ ਵਰਕਰਸ ਦਾ ਹੀ ਸਾਰਾ ਬੋਲਬਾਲਾ ਆ। ਔਰ ਹਾਂ, ਜਿਹੜਾ ਸਕਸੈਸ ਰੇਟ ਦੀ ਅਗਰ ਗੱਲ ਕਰੀਏ, ਐਪਲੀਕੇਸ਼ਨ ਦਾ ਇੱਕ ਚਾਰਟਰ ਆ ਜਾਂ ਐਪਲੀਕੇਸ਼ਨ ਦੀ ਇੱਕ ਰਿਕੁਆਇਰਮੈਂਟ ਆ, ਉਹ ਪੂਰੀਆਂ ਕਰ ਦਿਓ ਤਾਂ ਇਹਦੇ 'ਚ 100% ਸਕਸੈਸ ਰੇਟ ਆ। ਸਿਰਫ ਤੇ ਸਿਰਫ ਜਦੋਂ ਧੱਕਾ ਕਰਦੇ ਆ ਕਿ ਜਿੱਥੇ ਇੰਗਲਿਸ਼ ਦੀ ਰਿਕੁਆਇਰਮੈਂਟ ਆ ਉੱਥੇ ਬਿਨਾਂ ਇੰਗਲਿਸ਼ ਤੋਂ ਤੁਸੀਂ ਬਿਨਾਂ ਐਗਜ਼ਾਮ ਤੋਂ ਜਾਂ ਬਿਨਾਂ ਕੋਈ ਉਹਨੂੰ ਪ੍ਰੂਵ ਕੀਤੇ ਲਾਓਗੇ। ਅਗਰ ਐਕਸਪੀਰੀਅੰਸ ਦੀ ਲੋੜ ਆ ਤਾਂ ਬਿਨਾਂ ਐਕਸਪੀਰੀਅੰਸ ਤੋਂ ਫਾਈਲ ਕਰੋਗੇ। ਸੋ ਅਗਰ ਉਹ ਜੇ ਕਿਸੇ ਸਕਿੱਲ ਦੀ ਲੋੜ ਆ, ਬਿਨਾਂ ਸਕਿੱਲ ਨੂੰ ਦੱਸਿਆ ਉੱਦਾਂ ਹੀ ਐਪਲੀਕੇਸ਼ਨ ਲਾਓਗੇ ਤੇ ਫਿਰ ਰਿਜੈਕਸ਼ਨਸ ਨੇ। ਉਹ ਬੇਸਿਕਲੀ ਤੁਸੀਂ ਅਗਰ ਕਹੋਗੇ ਨਾ ਕਿ ਫੋਰਨ ਵਰਕਰ ਨੂੰ ਸਕਸੈਸ ਨਹੀਂ ਮਿਲੀ ਜਾਂ ਉਹਦੀ ਇੱਕ ਕੈਟਾਗਰੀ ਨੂੰ ਸਕਸੈਸ ਨਹੀਂ ਮਿਲੀ, ਇੱਦਾਂ ਨਹੀਂ ਹੈ, ਉਹ ਐਪਲੀਕੇਸ਼ਨ ਕਮਜ਼ੋਰ ਰਹੀ ਜੀ। ਸੋ ਇਸ ਤਰੀਕੇ ਨਾਲ ਰਿਫਿਊਜ਼ਲ ਹੈ। ਅਦਰਵਾਈਜ਼ ਜਿਹੜਾ 100% ਸਕਸੈਸ ਰੇਟ ਆ। ਔਰ ਫੋਰਨ ਵਰਕਰ ਦੇ ਉੱਪਰ ਜਿੱਦਾਂ ਮੈਂ ਦੱਸਿਆ, ਈਵਨ ਕੋਵਿਡ ਦੇ ਟਾਈਮ ਦੇ ਵਿੱਚ ਵੀ ਬਾਕੀ ਸਾਰੇ ਕੰਟਰੀਜ਼ ਵਾਂਗੂ ਬਾਕੀ ਸਾਰੇ ਕੰਟਰੀਜ਼ ਨੇ ਤਾਂ ਕੁਛ ਇੱਦਾਂ ਦਾ ਕਰਤਾ ਸੀਗਾ ਕਿ ਟਰੈਵਲ ਬੈਨ ਲਾਤਾ, ਐਪਲੀਕੇਸ਼ਨ ਟੋਟਲੀ ਪ੍ਰੋਸੈਸ ਕਰਨੀਆਂ ਬੰਦ ਕਰਤੀਆਂ। ਬਟ ਕੈਨੇਡਾ ਨੇ ਕੀ ਕੀਤਾ, ਸੋ ਫੋਰਨ ਵਰਕਰ ਨੂੰ ਹਮੇਸ਼ਾ ਸਪੈਸ਼ਲ ਤਰਜੀਹ ਦਿੱਤੀ ਗਈ ਹੈ। ਸੋ ਜਿੱਦਾਂ ਅਮਰੀਕਾ 'ਚ ਆਪਾਂ ਗੱਲ ਕਰਦੇ ਸੀ ਕਿ ਸਟੂਡੈਂਟ ਨੂੰ ਸਪੈਸ਼ਲ ਤਰਜੀਹ ਦਿੱਤੀ ਗਈ ਹੈ, ਸੋ ਕੈਨੇਡਾ ਦੇ ਵਿੱਚ ਫੋਰਨ ਵਰਕਰ ਨੂੰ ਕੋਈ ਵੀ ਰੋਕ ਕਦੀ ਵੀ ਨਹੀਂ ਲੱਗੀ। ਸੋ ਕਿਤੇ ਨਾ ਕਿਤੇ ਇਹ ਵੀ ਇੱਕ ਸੇਫ ਰਸਤਾ ਹੈ ਕੈਨੇਡਾ ਜਾਣ ਦਾ। ਅੱਛਾ, ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਅਮਰੀਕਾ ਕੈਨੇਡਾ ਤਾਂ ਹੋ ਗਿਆ, ਆਸਟ੍ਰੇਲੀਆ ਜਾਂ ਫਿਰ ਨਿਊਜ਼ੀਲੈਂਡ ਦੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਜਦੋਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤੇ ਉੱਥੇ ਹਾਲਾਤ ਕਿਵੇਂ ਦੇ ਨੇ? ਆਸਟ੍ਰੇਲੀਆ ਨੇ ਮਤਲਬ ਕਾਫੀ ਦੇਰ ਪਹਿਲਾਂ ਕਿਹਾ ਸੀਗਾ ਕਿ ਅਸੀਂ ਫੈਬ ਦੇ ਵਿੱਚ ਓਪਨ ਹੋ ਜਾਵਾਂਗੇ, ਔਰ ਹਾਲੇ ਲੱਗਦਾ ਕਿ ਥੋੜ੍ਹਾ ਬਹੁਤ ਸਮਾਂ ਉਹਨਾਂ ਨੂੰ ਲੱਗੇਗਾ। ਬਟ ਆਸਟ੍ਰੇਲੀਆ ਬਹੁਤ ਕੀਨ ਆ, ਬਹੁਤ ਅਗਰੈਸਿਵ ਆ ਆਸਟ੍ਰੇਲੀਆ, ਬਿਕੋਜ਼ ਆਸਟ੍ਰੇਲੀਆ ਨੇ ਐਡਮਿਸ਼ਨਸ ਚਾਲੂ ਰੱਖੀਆਂ ਨੇ, ਆਸਟ੍ਰੇਲੀਆ ਨੇ ਵੀਜ਼ਾਸ ਦੇਣੇ ਚਾਲੂ ਰੱਖੇ ਆ, ਔਰ ਉਮੀਦ ਕਰਦੇ ਆ ਕਿ ਬਹੁਤ ਕੁਇਕਲੀ ਜਿਹੜਾ ਸਫ਼ਰ ਆ ਆਸਟ੍ਰੇਲੀਆ ਵੱਲ ਨੂੰ ਜਾਣ ਵਾਲਿਆਂ ਦਾ ਉਹ ਸ਼ੁਰੂ ਹੋ ਜਾਏਗਾ। ਨਿਊਜ਼ੀਲੈਂਡ ਦੇ ਵਿੱਚ ਉਹਨਾਂ ਨੇ ਜਿਹੜੇ ਕਿ ਆਲਰੇਡੀ ਪ੍ਰੀਵੀਅਸ ਜਿਹੜੇ ਡਿਗਰੀ ਹੋਲਡਰ ਸੀ ਜਾਂ ਜਿਹੜੇ ਐਜੂਕੇਸ਼ਨ ਲੈ ਰਹੇ ਸੀ, ਉਹਨਾਂ ਨੂੰ ਇਨਵਾਈਟ ਕਰ ਲਿਆ ਵਾਪਸ। ਨਿਊਜ਼ੀਲੈਂਡ ਨੇ ਵੀ ਬਹੁਤ ਡਰ ਤੋਂ ਬਾਅਦ ਇਸ ਕੰਮ ਨੂੰ ਵਾਪਸੀ ਕੀਤੀ ਹੈ। ਔਰ ਆਸਟ੍ਰੇਲੀਆ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਸ਼ਾਇਦ ਆਉਣ ਵਾਲਾ ਸਮਾਂ ਇੱਕਦਮ ਆਸਟ੍ਰੇਲੀਆ ਲਈ ਇੱਕਦਮ ਓਪਨ ਅਪ ਹੋਏਗਾ, ਕਿਉਂਕਿ ਆਸਟ੍ਰੇਲੀਆ ਨੇ ਪਿਛਲੇ ਕਾਫੀ ਸਮੇਂ ਤੋਂ ਬਹੁਤ ਸ਼ੇਅਰ ਇੰਟਰਨੈਸ਼ਨਲ ਸਟੂਡੈਂਟ ਦਾ ਲੂਜ਼ ਕੀਤਾ ਹੈ। ਔਰ ਇੰਟਰਨੈਸ਼ਨਲ ਸਟੂਡੈਂਟ ਆਸਟ੍ਰੇਲੀਆ ਲਈ ਵੀ ਬਹੁਤ ਵੱਡਾ ਸਰਮਾਇਆ ਹੈ, ਬਿਕੋਜ਼ ਆਸਟ੍ਰੇਲੀਆ ਦੀ ਇਕੋਨਮੀ ਦੇ ਵਿੱਚ ਯੂਨੀਵਰਸਿਟੀਜ਼ ਦਾ ਬੜਾ ਤਕੜਾ ਰੋਲ ਰਿਹਾ। ਔਰ ਯੂਨੀਵਰਸਿਟੀਜ਼ ਜਿਹੜੀਆਂ ਨੇ ਇਹ ਇੰਟਰਨੈਸ਼ਨਲ ਸਟੂਡੈਂਟ ਦੀ ਬਦੌਲਤ ਹੀ ਬਣੀਆਂ ਨੇ। ਅਗਰ ਅਸੀਂ ਕਹੀਏ ਕਿ ਲੋਕਲ ਸਟੂਡੈਂਟ ਤੋਂ ਇਹ ਯੂਨੀਵਰਸਿਟੀਜ਼ ਨਹੀਂ ਬਣੀਆਂ। ਸੋ ਜਿੰਨੀਆਂ ਤਮਾਮ ਯੂਨੀਵਰਸਿਟੀਜ਼ ਨੇ, ਇਹ ਇਹਨਾਂ ਦਾ ਬੋਲਬਾਲਾ, ਇਹਨਾਂ ਦੇ ਰਸੂਖ, ਇਹਨਾਂ ਦਾ ਐਜੂਕੇਸ਼ਨ ਸਟੈਂਡਰਡਸ, ਕੁਆਲਿਟੀ ਆਫ ਐਜੂਕੇਸ਼ਨ, ਰਿਸਰਚ, ਇਹ ਸਾਰੀਆਂ ਚੀਜ਼ਾਂ ਇੰਟਰਨੈਸ਼ਨਲ ਕਮਿਊਨਿਟੀ ਕਰਕੇ ਜਾਂ ਇੰਟਰਨੈਸ਼ਨਲ ਸਟੂਡੈਂਟਸ ਕਰਕੇ ਹੋਈਆਂ। ਔਰ ਉਮੀਦ ਕਰਦੇ ਹਾਂ ਕਿ ਆਸਟ੍ਰੇਲੀਆ ਇਸ ਸਾਲ ਦੇ ਵਿੱਚ ਚੰਗੀ ਪਰਫਾਰਮੈਂਸ ਦੇਗਾ। ਅੱਛਾ, ਬਹੁਤ ਸਾਰੇ ਜਦੋਂ ਕਰੋਨਾ ਸ਼ੁਰੂ ਹੋਇਆ ਸੀਗਾ ਤੇ ਆਸਟ੍ਰੇਲੀਆ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਬੱਚੇ ਨੇ ਉਹ ਵਾਪਸ ਵੀ ਆਏ ਨੇ, ਤਾਂ ਤੁਹਾਨੂੰ ਲੱਗਦਾ ਹੈ ਕਿ ਦੁਬਾਰਾ ਜਾਣਾ ਉੱਥੇ ਸਿਕਿਉਰ ਹੈ? ਅਸਲ 'ਚ ਇਹਦਾ ਜਵਾਬ ਦੇਣਾ ਐਡਾ ਸੌਖਾ ਨਹੀਂ ਹੈ, ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਆਸਟ੍ਰੇਲੀਆ ਦੇ ਵਿੱਚ PR ਨੂੰ ਲੈ ਕੇ ਥੋੜ੍ਹਾ ਬਹੁਤ ਸਟਰਗਲ ਕਰਦੇ ਰਹੇ ਨੇ ਬੱਚੇ। ਕਾਰਨ ਉਹਦਾ ਇੱਕ ਬਹੁਤ ਵੱਡਾ ਸੀਗਾ ਕਿ ਸਾਡੇ ਉੱਥੇ ਲਾਈਕ ਜਿਹਨੂੰ ਅਸੀਂ ਈਜ਼ੀ ਜੌਬਸ ਕਹਿੰਦੇ ਆ, ਜਾਂ ਜਿਹੜੀਆਂ ਉਹ ਜੌਬਸ ਦਾ ਪੈਸਾ ਕਮਾਉਣਾ ਸੌਖਾ, ਟੈਕਸੇਸ਼ਨ ਘੱਟ ਆ, ਉਹ ਹੈਗੀ ਉੱਥੇ ਟੈਕਸੀ ਡਰਾਈਵਿੰਗ। ਸੋ ਬਹੁਤ ਸਾਰੇ ਸਾਡੇ ਜਿਹੜੇ ਸਟੂਡੈਂਟਸ ਆ ਉਹ ਟੈਕਸੀਸ ਚਲਾਉਂਦੇ ਆ। ਔਰ ਆਸਟ੍ਰੇਲੀਆ PR ਲਈ ਇੱਕ ਖਾਸ ਕਾਨੂੰਨ ਹੈ ਕਿ ਤੁਸੀਂ ਜਿਹੜੀ ਪੜ੍ਹਾਈ ਕੀਤੀ ਸੇਮ ਟ੍ਰੇਡ ਦੇ ਵਿੱਚ ਤੁਹਾਨੂੰ ਐਕਸਪੀਰੀਅੰਸ ਚਾਹੀਦਾ ਹੈ। ਸੋ ਉਹ ਕਿਤੇ ਨਾ ਕਿਤੇ ਬਿਕੋਜ਼ ਈਜ਼ੀ ਮਨੀ, ਈਜ਼ੀ ਪਾਕਟ ਮਨੀ, ਜਾਂ ਸੌਖਾ ਜਦੋਂ ਪੈਸਾ ਆਉਣ ਲੱਗ ਜਾਂਦਾ, ਸੋ ਜਿਹੜੀ ਤੁਸੀਂ ਪੜ੍ਹਾਈ ਕੀਤੀ ਆ ਉਹਦੇ ਰੈਲੇਵੈਂਟ ਤੁਸੀਂ ਅਗਰ ਤੁਸੀਂ ਐਕਸਪੀਰੀਅੰਸ ਨਹੀਂ ਲਿਆ ਤਾਂ PR ਮੁਸ਼ਕਿਲ ਹੋ ਜਾਂਦੀ ਹੈ। ਦੂਸਰੀ ਚੀਜ਼, ਸਾਡੇ ਤੋਂ ਬਹੁਤ ਸਾਰੇ ਬੱਚੇ ਗਏ ਡਿਪਲੋਮਾਸ ਵਿੱਚ ਗਏ। ਸੋ ਡਿਪਲੋਮਾ ਆਫਟਰ ਡਿਪਲੋਮਾ ਉਹ ਡਿਪਲੋਮਾਸ ਹੀ ਕਰਦੇ ਰਹੇ। ਸੋ ਡਿਗਰੀਜ਼ ਵੱਲ ਨੂੰ ਬਹੁਤ ਘੱਟ ਵਧੇ। ਸੋ ਅਗਰ ਤੁਸੀਂ ਪਹਿਲਾ ਸਾਲ ਦੂਜਾ ਸਾਲ ਡਿਪਲੋਮਾ ਕਰਕੇ ਤੁਸੀਂ ਯੂਨੀਵਰਸਿਟੀ 'ਚ ਜਾ ਕੇ ਡਿਗਰੀ ਕਰ ਲਓਗੇ ਤਾਂ ਉਹਦੀ ਅਸੈਸਮੈਂਟ ਦਾ ਲੈਵਲ ਤਰੀਕਾ ਚੇਂਜ ਹੋ ਜਾਂਦਾ ਹੈ। ਸੋ ਇਹ ਦੋ ਚੀਜ਼ਾਂ ਦੇ ਵਿੱਚ ਪ੍ਰੋਬਲਮ ਰਹੀ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਸਟੂਡੈਂਟਸ ਇਹ ਦੋ ਚੀਜ਼ਾਂ ਦਾ ਖਿਆਲ ਰੱਖਣਗੇ ਤਾਂ ਆਸਟ੍ਰੇਲੀਆ ਦੇ ਵਿੱਚ PR ਹੋ ਸਕਦੀ ਹੈ। ਹਾਂ, ਜਿਹੜੇ ਹੁਣ ਸਟੂਡੈਂਟਸ ਇੱਥੇ ਰਹੇ ਨੇ ਜਾਂ ਜਿਨ੍ਹਾਂ ਦੇ ਕੋਲ ਹਾਲੇ ਜਾਣ ਦਾ ਚਾਂਸ ਹੈਗਾ ਆ, ਓਬਵੀਅਸਲੀ ਆਸਟ੍ਰੇਲੀਆ ਕਮਾਈ ਬਹੁਤ ਹੈ। ਆਸਟ੍ਰੇਲੀਆ ਸਟੂਡੈਂਟਸ ਰੱਜ ਕੇ ਪੈਸੇ ਕਮਾਉਂਦੇ ਆ। ਸੋ ਆਸਟ੍ਰੇਲੀਆ ਇੱਕ ਚੰਗਾ ਡੈਸਟੀਨੇਸ਼ਨ ਵਾਂਗੂ, ਜਿੱਦਾਂ ਇੰਗਲੈਂਡ ਦੇ ਵਿੱਚ ਸਟੂਡੈਂਟਸ ਨੂੰ ਪੈਸੇ ਦੀ ਕਦੀ ਉਹ ਨਹੀਂ ਲੱਗਦੀ ਹੁੰਦੀ ਕਿ ਕੋਈ ਕਮੀ ਰਹੇਗੀ। ਸੋ ਅਗਰ ਤੁਹਾਡੇ ਕੋਲ ਜੋਬ ਹੈ ਤਾਂ ਤੁਸੀਂ ਸੋਚ ਨਹੀਂ ਸਕਦੇ ਕਿ ਤੁਹਾਡੇ ਕੋਲ ਮਤਲਬ ਵੀ ਪੈਸੇ ਘੱਟ ਨਹੀਂ, ਕੋਈ ਕਮੀ ਨਹੀਂ ਰਹਿਣ ਲੱਗੀ। ਸੋ ਸੇਮ ਇਜ਼ ਵਿਦ ਆਸਟ੍ਰੇਲੀਆ। ਆਸਟ੍ਰੇਲੀਆ ਦੇ ਵਿੱਚ ਵੀ ਅਗਰ ਤੁਹਾਡੇ ਕੋਲ ਜੋਬ ਹੈਗੀ ਆ ਤਾਂ ਉਹ ਕਾਫੀ ਰਿਵਾਰਡਿੰਗਸ ਨੇ।
ਸੋ ਅਗਰ ਰਿਵਾਰਡਿੰਗ ਜੌਬ ਹੈ ਤਾਂ ਆਸਟ੍ਰੇਲੀਆ ਛੱਡਣ ਨੂੰ ਕਿਸੇ ਦਾ ਜੀ ਨਹੀਂ ਕਰੇਗਾ। ਸੋ ਜਿਨ੍ਹਾਂ ਨੂੰ ਮੌਕਾ ਮਿਲੇਗਾ ਉਹ ਜਾਣਗੇ ਜ਼ਰੂਰ। ਅੱਛਾ, ਜਦੋਂ ਆਪਾਂ ਗੱਲ ਕਰਦੇ ਹਾਂ, ਤੁਸੀਂ ਕਹਿੰਦੇ ਰਿਵਾਰਡਿੰਗ ਬਹੁਤ ਹੈ, ਪਰ ਉੱਥੇ ਐਜੂਕੇਸ਼ਨ ਕਹਿੰਦੇ ਐਕਸਪੈਂਸਿਵ ਵੀ ਬਹੁਤ ਹੈ, ਤੇ ਇਹ ਕੀ ਕੈਨੇਡਾ ਅਮਰੀਕਾ ਦੇ ਨਾਲੋਂ ਜ਼ਿਆਦਾ ਐਕਸਪੈਂਸਿਵ ਹੈ ਆਸਟ੍ਰੇਲੀਆ ਦੇ ਵਿੱਚ? ਕੈਨੇਡਾ ਆਲਮੋਸਟ ਸਭ ਤੋਂ ਸਸਤੀ ਐਜੂਕੇਸ਼ਨ ਵਜੋਂ ਮੰਨਿਆ ਜਾਂਦਾ, ਪਰ ਕੈਨੇਡਾ ਦੇ ਤੁਹਾਨੂੰ $10,000 ਨਾਲ ਲੈ ਕੇ ਜਾਣਾ ਹੁੰਦਾ। ਸੋ ਇਸ ਕਰਕੇ ਤੁਸੀਂ ਉਹਨਾਂ ਦੇ ਆਲਮੋਸਟ ਬਰਾਬਰ ਤੇ ਆ ਜਾਂਦੇ ਆ। ਅਗਰ ਬਾਕੀ ਕੰਟਰੀਜ਼, ਤਮਾਮ ਕੰਟਰੀਜ਼ ਵਿੱਚ ਗੱਲ ਕਰੀਏ ਤਾਂ ਐਕਸਪੈਂਸਿਸ ਸਾਰੇ ਪਾਸੇ ਉੱਦਾਂ ਦੇ ਹੀ ਨੇ। ਸੋ ਤੁਸੀਂ ਦੇਖੋ, ਜਿੱਦਾਂ ਸਾਡੇ ਵੀ ਇੱਥੇ NRI ਕੋਟੇ ਦੇ ਵਿੱਚ ਅਸੀਂ ਸੀਟਸ ਦਿੰਦੇ ਆ ਨਾ, ਕਿ ਤੁਸੀਂ ਕਿਸੇ ਵੀ ਡੈਂਟਲ ਕਾਲਜ, ਕਿਸੇ ਮੈਡੀਕਲ ਕਾਲਜ ਐਡਮਿਸ਼ਨ ਲੈਣੀ ਜਾਂ ਕਿਸੇ ਵੀ ਲਾਅ ਕਾਲਜ ਐਡਮਿਸ਼ਨ ਲੈਣੀ, ਤਾਂ ਅਸੀਂ ਹਮੇਸ਼ਾ ਕਹਿੰਦੇ ਕਿ ਨਾਰਮਲ ਸੀਟ ਨਹੀਂ ਮਿਲਦੀ ਤਾਂ NRI ਕੋਟੇ 'ਚ ਲੈ ਲਓ। NRI ਕੋਟੇ ਦਾ ਮਤਲਬ ਕੀ ਹੁੰਦਾ ਕਿ ਜੇਕਰ ਤੁਹਾਡੀ ਫੀਸ 50,000 ਹੈ, ਅੱਛਾ ਉਹ 'ਚ 5 ਲੱਖ ਫੀਸ ਦੇ ਕੇ ਆ ਜਾਓ। ਸੋ ਸੇਮ ਹੈਪਨਸ ਐਵਰੀਵੇਅਰ। ਸੋ ਜਿੰਨੇ ਵੀ ਸਾਡੇ ਇੰਟਰਨੈਸ਼ਨਲ ਸਟੂਡੈਂਟਸ ਆ, ਇਹਨਾਂ ਦੀ ਫੀਸ ਲੋਕਲ ਸਟੂਡੈਂਟਸ ਤੋਂ ਕਈ ਗੁਣਾ ਵੱਧ ਹੁੰਦੀ ਹੈ। ਸੋ ਲੋਕਲ ਸਟੂਡੈਂਟ ਦੀ ਫੀਸ ਉਹੀ ਜਿਹੜੀ $1,000-2,000 ਹੋਏਗੀ, ਸਾਡੇ ਸਟੂਡੈਂਟ ਦੀ $10,000-20,000 ਫੀਸ ਹੋਏਗੀ। ਸੋ ਯੈਸ, ਐਕਸਪੈਂਸਿਵ ਤੇ ਹੈ ਹੀ ਹੈ, ਬਿਕੋਜ਼ ਐਕਸਪੈਂਸਿਸ ਅਸੀਂ ਖੁਦ ਚੂਜ਼ ਕੀਤੇ, ਅਸੀਂ ਖੁਦ ਪਿਕ ਕੀਤੇ। ਔਰ ਇੰਟਰਨੈਸ਼ਨਲ ਜਿਹੜੀ ਐਜੂਕੇਸ਼ਨ ਆ ਉਹਦੇ ਉੱਪਰ ਇਹ ਮੰਨਿਆ ਜਾਂਦਾ ਬਿਕੋਜ਼ ਇਹ ਉਹ ਕੈਟਾਗਰੀ ਆ ਜਿਹੜੀ ਸਾਰੇ ਕੰਟਰੀਜ਼ ਨੇ ਕਮਾਈ ਲਈ ਰੱਖੀ ਹੋਈ ਹੈ, ਰੈਵਨਿਊ ਜਨਰੇਟਰ। ਸੋ ਇਹ ਬਹੁਤ ਤਗੜਾ ਰੈਵਨਿਊ ਜਨਰੇਟਰ ਆ, ਬਹੁਤ ਤਗੜਾ ਇਕਨੋਮੀ ਬੂਸਟਰ ਆ। ਬਿਕੋਜ਼ ਤੁਸੀਂ FDI ਲਈ FDI ਨਾਲ ਪੈਸਾ ਬਾਹਰੋਂ ਲਿਆਓਗੇ ਜਾਂ ਕਿਸੇ ਵੀ ਸਕੀਮ ਨਾਲ ਬਾਹਰੋਂ ਪੈਸਾ ਲਿਆਓਗੇ, ਉਹ ਪੈਸਾ ਵਾਪਸ ਜਾਣ ਦਾ ਰਾਹ ਨਾਲ ਹੀ ਨਾਲ ਬਣਾ ਲੇਗਾ। ਸੋ ਅਗਰ ਤੁਸੀਂ ਇੱਥੇ ਕੋਈ ABC ਕੰਪਨੀ ਵਸਾਈ ਸੀ ਅੱਜ ਤੋਂ 30-40 ਸਾਲ ਪਹਿਲਾਂ, ਤੇ ਉਹ ਅੱਜ ਪੈਸਾ ਕਮਾ ਕੇ ਆਪਣੇ ਮੁਲਕ ਲਿਜਾ ਰਹੀ ਹੈ। ਸੋ ਕਿਸੇ ਜ਼ਮਾਨੇ ਤੋਂ FDI ਆਈ ਸੀ, ਫੈਕਟਰੀ ਵੀ ਲੱਗ ਗਈ ਸੀ, ਜੌਬਸ ਵੀ ਮਿਲ ਗਈਆਂ ਸੀ, ਤੇ ਪਰ ਉਹ ਹੁਣ ਹਰ ਸਾਲ ਦੀ ਸਾਲ ਬਾਹਰ ਪੈਸਾ ਲੈ ਕੇ ਜਾਏਗੀ। ਸੋ ਇੰਟਰਨੈਸ਼ਨਲ ਸਟੂਡੈਂਟ ਜਿਹੜਾ ਆ, ਇਹ ਉਹ ਚੀਜ਼ ਆ ਜਿਹਨੇ ਪੈਸਾ ਲਿਆ ਕੇ ਸਿਰਫ ਲਾਉਣਾ ਆ, ਵਾਪਸ ਨਹੀਂ ਲਿਆਣਾ। ਜਦੋਂ ਕਮਾਊ ਪੁੱਤਰ ਹੋ ਗਿਆ, ਵਾਪਸ ਲਿਆਉਣ ਜੋਗਾ ਹੋ ਗਿਆ, ਉਦੋਂ ਇਸ ਮੁਲਕ ਦਾ ਤੁਸੀਂ ਉਹਨੂੰ ਸ਼ਹਿਰੀ ਬਣਾ ਦੇਣਾ ਹੈ। ਟੈਕਸ ਵੀ ਉਦੋਂ ਫਿਰ ਨਾਲ ਉਦੋਂ ਕਮਾਊ ਪੁੱਤਰ ਹੋ ਗਿਆ, ਤੁਸੀਂ ਘਰ ਰੱਖ ਲੈਣਾ ਹੈ, ਜਿਹਨੂੰ ਤੁਸੀਂ PR ਦੇ ਰੂਪ 'ਚ ਜਾਣਦੇ ਹੋ। ਬਾਕੀ ਗੱਲ ਇਹ ਹੈ ਕਿ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਹੈ ਉਹ ਕਿਤੇ ਨਾ ਕਿਤੇ ਹਰ ਕੰਟਰੀ ਦਾ ਸਰਮਾਇਆ ਹੈ, ਔਰ MNC ਤੋਂ ਜਿੰਨਾ ਸਾਨੂੰ ਲਾਭ ਨਹੀਂ ਹੁੰਦਾ, ਉਨਾ ਜ਼ਿਆਦਾ ਸਾਨੂੰ ਸਟੂਡੈਂਟਸ ਤੋਂ ਹੋ ਜਾਂਦਾ ਹੈ। ਉਮੀਦ ਕਰਦੇ ਹਾਂ ਕਿ ਇਸ ਜਾਣਕਾਰੀ ਦੇ ਨਾਲ ਜਿਹੜੇ ਸਾਡੇ ਦੇਖ ਰਹੇ ਨੇ ਉਹਨਾਂ ਨੂੰ ਬਹੁਤ ਲਾਭ ਹੋਵੇਗਾ। ਫਿਰ ਮਿਲਾਂਗੇ ਔਰ ਤੁਹਾਨੂੰ ਇਦਾਂ ਦੀ ਜਾਣਕਾਰੀ ਦਿੰਦੇ ਰਹਾਂਗੇ। ਅਰਵਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਖਹਿਰਾ ਸਾਹਿਬ, ਸਤਿ ਸ਼੍ਰੀ ਅਕਾਲ। ਧੰਨਵਾਦ।